सत श्री अकाल, स्वागत है। गौरव शुक्ला मैं हाँ तुहाडे नाल हाज़र हां खबरां दा प्राइम टाइम लैके। ते प्राइम टाइम दे विच अज गल गुरबाणी दे प्रसारण दी ते इस विचाले मुख मंत्री अते एसजीपीसी विचाले छिड़ी तकरार ने। मुख मंत्री दे वल्लों गुरबाणी प्रसारण दे अधिकारां दे मुद्दे उत्ते सवाल तां ट्वीट दे जरिए ऐतवार नूं भी चुक्किया गया सी, पर सोमवार नूं सीएम संगरूर पहुंचे, चीमा दे विच बोल रहे सी तां फिर एसजीपीसी बादल परिवार ते एसजीपीसी दे प्रधान दे उत्ते सिद्धा मोर्चा ही खोल दिता ते सवाल चुके कि गुरबाणी प्रसारण दे अधिकार सीमित क्यों ने, क्यों हर चैनल नूं यह अधिकार नहीं दिते जांदे। ते एसजीपीसी प्रधान नूं भी सवाल कर दिता। तां अज चर्चा इस मुद्दे उत्ते ही, क्योंकि एक पासे गुरबाणी दा मुद्दा चुक्या है जो टेलीकास्ट हो रही है, नाल नाल एसजीपीसी प्रधान दे उत्ते इल्जाम लगाए कि तुसी जलंधर चोणां दे विच जाके जे तकड़ी दे लई वोटां मंग रहे सी तां ओह की सी, जवाब दिओ। एसजीपीसी नूं सवाल है सीएम दा। इस दे नाल एसजीपीसी दे उत्ते इल्जाम लगाए कि जो मस्तूआणा साहब दे विच कॉलेज बनना उस दे लई जमीन नहीं दित्ती जा रही। एसजीपीसी काम दे विच अड़िक्का पा रही है, लोकां तक सहूलतां नहीं पहुंचाउण दे रही। खैर अज इस मुद्दे उत्ते गलबात करांगे कि गुरबाणी दे अधिकार सीमित क्यों ने। जेकर दरबार साहब तो गुरबाणी दा टेलीकास्ट फ्री टू एयर हो जावे, कर दिता जावे तां कि सिੱਖੀ ਦੇ ਪ੍ਰਚਾਰ ਦੇ ਵਿੱਚ ਵੱਡਾ ਹੁੰਗਾਰਾ ਮਿਲ ਸਕਦਾ ਹੈ। ਤਾਂ ਅੱਜ ਚਰਚਾ ਟੈਲੀਕਾਸਟ ਦੇ ਉੱਤੇ ਹੋ ਰਹੇ ਟਕਰਾਅ ਦੀ। ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਸੰਬੰਧੀ ਮੋਨੋਪੋਲੀ ਨੂੰ ਲੈ ਕੇ ਮੁੱਖ ਮੰਤਰੀ ਦੇ ਬਿਆਨਾਂ ਦੀ ਇੱਕ ਹੋਰ ਕੜੀ ਸੋਮਵਾਰ ਨੂੰ ਸਾਹਮਣੇ ਆਈ। ਮੁੱਖ ਮੰਤਰੀ ਨੇ ਸਵਾਲ ਚੁੱਕਿਆ ਕਿ ਲਾਈਵ ਪ੍ਰਸਾਰਣ ਦੇ ਅਧਿਕਾਰ ਇੱਕੋ ਚੈਨਲ ਨੂੰ ਕਿਉਂ। ਨਾਲ ਹੀ ਸਰਕਾਰ ਵੱਲੋਂ ਇਸ ਸੰਬੰਧੀ ਹਰ ਤਰੀਕੇ ਦੀ ਮਦਦ ਦੀ ਪੇਸ਼ਕਸ਼ ਦਾ ਵੀ ਜ਼ਿਕਰ ਕੀਤਾ। ਉਧਰ ਮੁੱਖ ਮੰਤਰੀ ਦੇ ਬਿਆਨ ਦਾ ਜਵਾਬ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ। ਵਿਕਰਮ ਮਜੀਠੀਆ ਨੇ ਕਿਹਾ ਕਿ ਜਿਹੜਾ ਲਾਈਵ ਪ੍ਰਸਾਰਣ ਜੇਲ੍ਹਾਂ ਤੋਂ ਗੈਂਗਸਟਰ ਕਰਦੇ ਨੇ, ਮੁੱਖ ਮੰਤਰੀ ਨੂੰ ਉਸ ਵੱਲ ਧਿਆਨ ਦੇਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਕਹਿੰਦੇ ਧਾਰਮਿਕ ਮਾਮਲਿਆਂ 'ਚ ਦਖਲ ਨਾ ਦਿਓ। ਅੱਛਾ, ਮੈਂ ਕਿਹਾ ਜੇ ਬਾਦਲਾਂ ਦੇ ਚੈਨਲਾਂ ਤੋਂ ਪਵਿੱਤਰ ਗੁਰਬਾਣੀ ਦਾ ਕਬਜ਼ਾ ਛਡਾਉਣ ਵਾਸਤੇ ਕੋਈ ਗੱਲ ਕਰੇ ਤਾਂ ਧਾਰਮਿਕ ਮਾਮਲਿਆਂ 'ਚ ਦਖਲ, ਤੇ ਜੇ ਐਸਜੀਪੀਸੀ ਦਾ ਪ੍ਰਧਾਨ ਧਾਮੀ ਜਲੰਧਰ ਜਾ ਕੇ ਤੱਕੜੀ ਵਾਸਤੇ ਵੋਟ ਮੰਗੇ, ਉਹ ਨਿੱਜੀ ਫੈਸਲਾ। ਕਿ ਜਿਹੜਾ ਲਾਈਵ ਪ੍ਰਸਾਰਣ ਜੇਲ੍ਹਾਂ 'ਚ ਹੋ ਰਿਹਾ ਨਾ, ਕਦੇ ਲਾਰੈਂਸ ਬਿਸ਼ਨੋਈ ਦਾ ਉਹ ਜਿਹੜੇ ਬਠਿੰਡਾ ਹਾਈ ਸਿਕਿਉਰਿਟੀ ਜੇਲ੍ਹ ਵਾਲੇ ਕਹਿੰਦੇ ਜਿੱਥੇ ਚੱਲਦਾ ਹੀ ਕੁਛ ਨਹੀਂ, ਉੱਥੋਂ ਸਾਰਾ ਕੁਝ ਹੀ ਚਲਾਈ, ਪੰਜਾਬ ਹੀ ਚਲਾਈ ਫਿਰਦੇ, ਦੇਸ਼ ਹੀ ਚਲਾਈ ਫਿਰਦੇ। ਇਹਨਾਂ ਕੋ ਉਹਦਾ ਫਿਕਰ ਕਰੇ ਲਾਈਵ ਪ੍ਰਸਾਰਣ ਦਾ। ਮਸਤੂਆਣਾ ਸਾਹਿਬ ਮੈਡੀਕਲ ਕਾਲਜ ਦੀ ਉਸਾਰੀ ਦਾ ਕੰਮ ਲਟਕਣ ਪਿੱਛੇ ਵੀ ਮੁੱਖ ਮੰਤਰੀ ਨੇ ਸ਼੍ਰੋਮਣੀ ਕਮੇਟੀ ਨੂੰ ਘੇਰਿਆ ਅਤੇ ਕਿਹਾ ਕਿ ਇਹ ਬਾਦਲਾਂ ਦੇ ਕਹਿਣ ਤੇ ਹੀ ਫੈਸਲੇ ਲੈਂਦੇ ਨੇ ਤੇ ਇਸੇ ਕਰਕੇ ਹੁਣ ਤੱਕ ਜ਼ਮੀਨ ਨਹੀਂ ਦੇ ਰਹੇ। ਉਧਰ ਸ਼੍ਰੋਮਣੀ ਕਮੇਟੀ ਵੱਲੋਂ ਜਵਾਬ ਦਿੱਤਾ ਜਨਰਲ ਸਕੱਤਰ ਗੁਰਚਰਨ ਗਰੇਵਾਲ ਨੇ। ਕਿਹਾ ਕਿ ਸੀਐਮ ਨੂੰ ਬਾਦਲ ਫੋਬੀਆ ਹੋ ਗਿਆ ਹੈ। ਤੁਸੀਂ ਸਾਡਾ ਕਾਲਜ ਰੋਕ ਲਿਆ ਜੀ, ਹੁਣ ਤੱਕ ਮੈਡੀਕਲ ਕਾਲਜ ਚੱਲ ਪੈਂਦਾ ਮਸਤੂਆਣੇ ਵਾਲਾ। ਇੱਥੋਂ ਦੇ ਬੱਚੇ ਡਾਕਟਰੀ 'ਚ ਐਡਮਿਸ਼ਨ ਲਈ ਹੁੰਦੀ ਹੁਣ ਨੂੰ, ਉਹ ਰੋਕੀ ਬੈਠੇ ਨੇ ਜੀ। ਕਦੇ ਕਹਿੰਦੇ ਨੇ ਹਾਂਜੀ ਅਸੀਂ ਕੋਰਟ 'ਚੋਂ ਵਾਪਸ ਲੈ ਲਾਂਗੇ, ਅਗਲੇ ਦਿਨ ਫੇਰ ਮੁੱਕਰ ਜਾਂਦੇ ਨੇ। ਉਧਰੋਂ ਫੋਨ ਆ ਜਾਂਦਾ ਤਾਂ ਤੋਂ, ਉਹਨਾਂ ਦਾ ਫੋਨ ਆ ਜਾਂਦਾ ਜਿਹਦੇ ਤੋਤੇ ਨੇ ਇਹ, ਉਹ ਉਸੇ ਦੀ ਚੂਰੀ ਤੇ ਮਿੱਠੂ ਮਿੱਠੂ ਕਰਦੇ ਨੇ। ਉਹਨਾਂ ਨੇ ਇਹ ਜਿਹੜਾ ਇਲੈਕਸ਼ਨ ਦੇ ਵਿੱਚ ਕੰਮ ਕੀਤਾ ਉਹ ਇੱਕ ਆਪਣੀ ਜਾਤੀ ਮਸਲਾ ਸੀ। ਧਾਮੀ ਸਾਹਿਬ ਆਪਣੇ ਜਾਤੀ ਤੇ ਨਿੱਜੀ ਤੌਰ ਤੇ ਗਏ ਹੋਣਗੇ, ਸੋ ਹਰ ਬੰਦੇ ਦੇ ਆਪਣੇ ਕਿਸੇ ਨਾ ਕਿਸੇ ਸਿਧਾਂਤ ਦੇ ਨਾਲ ਜਿਹੜਾ ਸਾਡਾ ਲਗਾਅ ਹੁੰਦਾ। ਸੋ ਤੁਸੀਂ ਆਪਣੇ ਪੀੜ੍ਹੀ ਥੱਲੇ ਸੋਟਾ ਤਾਂ ਜ਼ਰੂਰ ਮਾਰੋ ਨਾ। ਸੋ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੋ ਅਜਿਹੇ ਮੁੱਦਿਆਂ ਤੇ ਆਮੋ ਸਾਹਮਣੇ ਨੇ ਜਿਨ੍ਹਾਂ ਦਾ ਪੰਥ ਦੇ ਨਾਲ ਸਿੱਧਾ ਲਿੰਕ ਹੈ, ਪਰ ਦੋਵਾਂ ਮਸਲਿਆਂ ਤੇ ਕੋਈ ਸਪਸ਼ਟ ਤਸਵੀਰ ਕਦੋਂ ਤੱਕ ਸਾਹਮਣੇ ਆਉਂਦੀ ਹੈ ਇਹ ਵੇਖਣਾ ਹੋਵੇਗਾ। ਸੰਗਰੂਰ ਤੋਂ ਚਰਨਜੀਤ ਕੌਸ਼ਲ ਅਤੇ ਚੰਡੀਗੜ੍ਹ ਤੋਂ ਅਮਨ ਭਾਰਦਵਾਜ ਦੇ ਨਾਲ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ। ਤਾਂ ਤਕਰਾਰ ਤਾਂ ਜ਼ਬਰਦਸਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਦੋਂ ਸਿੱਧਾ ਸੀਐਮ ਆ ਕੇ ਐਸਜੀਪੀਸੀ ਤੇ ਐਸਜੀਪੀਸੀ ਦੇ ਪ੍ਰਧਾਨ ਦੇ ਉੱਤੇ ਸਵਾਲ ਚੁੱਕ ਦੇਣ। ਫਿਰ ਸਵਾਲ ਇਸ ਕਰਕੇ ਵੀ ਉੱਠਦੇ ਨੇ ਕਿ ਵਾਕਈ ਹੀ ਜੋ ਜਲੰਧਰ ਦੇ ਵਿੱਚ ਇਲੈਕਸ਼ਨ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਉਸ ਦੇ ਉੱਤੇ ਸਵਾਲ ਨਾ ਹੋਵੇ, ਜਾਂ ਫਿਰ ਜੇ ਸੀਐਮ ਸਵਾਲ ਚੁੱਕ ਰਹੇ ਨੇ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਉਸ ਦੇ ਉੱਤੇ ਸਵਾਲ ਨਾ ਹੋਵੇ। ਅੱਜ ਐਸਜੀਪੀਸੀ ਨੂੰ ਸਵਾਲ ਇਸ ਮੁੱਦੇ ਉੱਤੇ ਵੀ ਕਰਾਂਗੇ ਕਿ ਆਖਿਰ ਮਸਤੂਆਣਾ ਸਾਹਿਬ ਦੇ ਵਿੱਚ ਜੋ ਮੈਡੀਕਲ ਕਾਲਜ ਬਣਾਉਣ ਦਾ ਜ਼ਿਕਰ ਹੋ ਰਿਹਾ ਹੈ ਉਸ ਦੇ ਉੱਤੇ ਗੱਲਬਾਤ ਸਿਰੇ ਕਿਉਂ ਨਹੀਂ ਚੜ ਰਹੀ, क्यों रोकया जा रहा है, रोकया भी जा रहा है कि नहीं। जे सीएम रोकन वाले इल्जाम लगा रहे हैं कि तुसी रोक रहे हो तो फिर एसजीपीसी ਨੂੰ जवाब देना होगा। ਅਸੀਂ ਉਹੀ ਕੋਸ਼ਿਸ਼ ਕਰਾਂਗੇ ਕਿ ਮਸਤੂਆਣਾ ਸਾਹਿਬ ਦੇ ਵਿੱਚ ਜ਼ਮੀਨ ਦੇ ਮਸਲੇ ਉੱਤੇ ਵੀ ਗੱਲਬਾਤ ਹੋ ਸਕੇ। ਦੂਜੇ ਪਾਸੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਨੂੰ ਲੈ ਕੇ ਜੋ ਸੀਮਿਤ ਅਧਿਕਾਰ ਦੇ ਇਲਜ਼ਾਮ ਲੱਗ ਰਹੇ ਨੇ ਉਸ ਦੇ ਉੱਤੇ ਵੀ ਚਰਚਾ ਇਹ ਵੀ ਹੋਵੇਗੀ
ਕਿਉਂਕਿ ਐਸਜੀਪੀਸੀ ਕੀ ਕਹਿ ਰਹੀ ਹੈ ਉਸ ਦੇ ਉੱਤੇ ਵੀ ਗੌਰ ਕਰਨ ਦੀ ਜ਼ਰੂਰਤ ਹੈ। ਐਸਜੀਪੀਸੀ ਕਹਿ ਰਹੀ ਹੈ ਕਿ ਦਖਲਅੰਦਾਜ਼ੀ ਹੋ ਰਹੀ ਹੈ, ਕਿ ਸਰਕਾਰ ਦਾ ਕੰਮ ਹੈ ਔਰ ਇੱਕ ਐਸਜੀਪੀਸੀ ਦਾ ਕੰਮ ਹੈ ਜੋ ਧਾਰਮਿਕ ਤੌਰ ਦੇ ਉੱਤੇ ਕੰਮ ਕਰ ਰਹੀ ਹੈ, ਔਰ ਜੋ ਸਰਕਾਰ ਦਾ ਕੰਮ ਹੈ ਸਰਕਾਰ ਨੂੰ ਉਸ ਵਾਲੇ ਪਾਸੇ ਫੋਕਸ ਕਰਨ ਦੀ ਜ਼ਰੂਰਤ ਹੈ। ਆਪਾਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਵਾਂਗੇ ਅੱਜ ਦੇ ਮਹਿਮਾਨ ਜਿਹੜੇ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਸਿੱਧੇ ਸਵਾਲ ਪੁੱਛਣ ਦੀ ਸਾਡੀ ਕੋਸ਼ਿਸ਼ ਹੋਏਗੀ। ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਣਾ ਅੱਜ ਦੇ ਮਹਿਮਾਨਾਂ ਦੇ ਨਾਲ ਜੋ ਸਾਡੇ ਨਾਲ ਜੁੜ ਰਹੇ ਨੇ। ਅਹਿਬਾਬ ਗਰੇਵਾਲ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਗਰੇਵਾਲ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਅਮਰਜੀਤ ਸਿੰਘ ਚਾਵਲਾ ਜੀ ਜੁੜ ਰਹੇ ਨੇ, ਐਸਜੀਪੀਸੀ ਨੂੰ ਰਿਪਰੈਜ਼ੈਂਟ ਕਰਨਗੇ। ਚਾਵਲਾ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਕਰੀਨ ਦੇ ਉੱਪਰ ਦਿਖ ਰਹੇ ਨੇ ਚਾਵਲਾ ਜੀ ਵੀ। ਐਚਐਸ ਕਿੰਗਰਾ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਕਿੰਗਰਾ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਹਰਜੀਤ ਗਰੇਵਾਲ ਜੀ ਸਾਡੇ ਨਾਲ ਜੁੜ ਰਹੇ ਨੇ, ਭਾਰਤੀ ਜਨਤਾ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਗਰੇਵਾਲ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਰੇ ਮਹਿਮਾਨਾਂ ਦਾ ਸਵਾਗਤ ਹੈ ਇਸ ਚਰਚਾ ਦੇ ਵਿੱਚ। ਸ਼ੁਰੂਆਤ ਕਰਾਂਗੇ ਅੱਜ ਐਸਜੀਪੀਸੀ ਤੋਂ। ਸੀਐਮ ਬਹੁਤ ਸਿੱਧੇ ਤੇ ਤਿੱਖੇ ਨਿਸ਼ਾਨੇ ਸਾਧ ਰਹੇ ਨੇ, ਇਸ ਕਰਕੇ ਅੱਜ ਸਭ ਤੋਂ ਪਹਿਲਾ ਰਿਐਕਸ਼ਨ ਜਵਾਬ ਐਸਜੀਪੀਸੀ ਤੋਂ ਲੈਣਾ ਬਣਦਾ ਹੈ। ਚਾਵਲਾ ਜੀ ਸ਼ੁਰੂਆਤ ਤੁਹਾਡੇ ਤੋਂ ਕਰਨ ਜਾ ਰਹੇ ਹਾਂ। ਪੁਆਇੰਟ ਨੰਬਰ 1, ਮੈਂ ਪਹਿਲਾਂ ਪ੍ਰਸਾਰਣ ਵਾਲੇ ਮੁੱਦੇ ਤੇ ਆਵਾਂਗਾ, ਉਸ ਤੋਂ ਬਾਅਦ ਮਸਤੂਆਣਾ ਸਾਹਿਬ ਵਾਲੀ ਜ਼ਮੀਨ ਦੇ ਉੱਤੇ। ਪ੍ਰਸਾਰਣ ਦੀ ਗੱਲ, ਸੀਐਮ ਕਹਿ ਰਹੇ ਨੇ ਕਿ ਪ੍ਰਸਾਰਣ ਦੇ ਅਧਿਕਾਰ ਸੀਮਿਤ ਕਿਉਂ ਨੇ? ਇਸ ਦੇ ਨਾਲ ਉਹਨਾਂ ਨੇ, ਕਿਉਂਕਿ ਇਹ ਤਕਰਾਰ ਪਿਛਲੇ 24-48 ਘੰਟਿਆਂ ਤੋਂ ਜਾਰੀ ਹੈ। ਚਾਵਲਾ ਜੀ, ਸੀਐਮ ਨੇ ਇਹ ਵੀ ਕਿਹਾ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਦਖਲਅੰਦਾਜ਼ੀ ਹੈ ਤਾਂ ਫਿਰ ਤੁਸੀਂ ਇਸ ਨੂੰ ਦਖਲਅੰਦਾਜ਼ੀ ਕਹਿ ਕੇ ਜੇ ਚੋਣਾਂ ਦੇ ਵਿੱਚ ਐਸਜੀਪੀਸੀ ਦੇ ਪ੍ਰਧਾਨ ਪ੍ਰਚਾਰ ਕਰ ਰਹੇ ਸੀ ਉਸ ਨੂੰ ਨਿੱਜੀ ਫੈਸਲਾ ਕਿਵੇਂ ਕਹਿ ਸਕਦੇ ਹੋ? ਚਾਵਲਾ ਜੀ। ਦੇਖੋ, ਜਿਹੜਾ ਦਖਲਅੰਦਾਜ਼ੀ ਇਸ ਕਰਕੇ ਆ ਕਿ ਮੈਂ ਸਮਝਦਾ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੀ ਰੋਜ਼ਾਨਾ ਨਵੇਂ ਸ਼ਗੂਫੇ ਛੱਡਣ 'ਚ ਬੜੇ ਮਾਹਰ ਹੋ ਰਹੇ ਆ। ਕਿਉਂਕਿ ਜਿਹੜੀ ਸਭ ਤੋਂ ਇੱਕ ਵੱਡੀ ਗੱਲ ਹੈ ਕਿ ਉਹ ਹਮੇਸ਼ਾ ਸ਼੍ਰੋਮਣੀ ਕਮੇਟੀ ਦੇ ਕੰਮਾਂ ਦੇ ਵਿੱਚ, ਧਾਰਮਿਕ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਇਸ ਢੰਗ ਨਾਲ ਕਰ ਰਹੇ ਆ ਕਿ ਜਿਹੜੀ ਗੱਲ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀ ਜੀ। ਕਿ ਉਹ ਕੁਛ ਇਹਨਾਂ ਦੀ ਡਿਊਟੀ ਆ, ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹ ਖਰਾਬ ਹੋ ਰਹੀ ਹੈ। ਜਿਹੜੀ ਅੱਜ ਥਾਂ ਤੇ ਬੰਦੇ ਮਰ ਰਹੇ ਆ, ਜਿਹੜੇ ਥਾਂ ਤੇ ਅੱਜ ਧਰਨੇ ਲੱਗ ਰਹੇ ਆ, ਲੋਕੀ ਰੌਲਾ ਪਾ ਰਹੇ ਆ ਸਟੇਟ ਦੇ ਖਿਲਾਫ, ਉਧਰ ਧਿਆਨ ਨਹੀਂ ਦੇ ਰਹੇ। ਉਹ ਹੁਣ ਉਹਨਾਂ ਨੇ ਇੱਕ ਨਵਾਂ ਕੋਈ ਨਾ ਕੋਈ ਗੱਲ ਫੜ ਦਿੰਦੀ ਆ। ਇਹ ਨਵੀਂ ਚੈਨਲ ਵਾਲੀ ਜਿਹੜੀ ਗੱਲ ਹੈ ਉਹਨੂੰ ਫੜ ਜਾ। ਪਹਿਲਾਂ ਪ੍ਰਧਾਨ ਸਾਹਿਬ ਦੇ ਬਾਰੇ ਬਿਆਨ ਦਿੱਤੇ ਕਿ ਪ੍ਰਧਾਨ ਸਾਹਿਬ ਦੇਖੋ ਜੀ ਧਰਮ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋ ਕੇ ਰਾਜਨੀਤਿਕ ਪ੍ਰਚਾਰ ਕਰਦੇ ਆ। ਪ੍ਰਧਾਨ ਸਾਹਿਬ ਦੇ ਬਾਰੇ ਕਈ ਤਰ੍ਹਾਂ ਦੀਆਂ ਵੱਖ-ਵੱਖ ਇਹਨਾਂ ਨੇ ਜਿਹੜੀਆਂ ਗੱਲਾਂ ਬਾਤਾਂ ਉਹ ਕੀਤੀਆਂ ਜੀ। ਇਹ ਮੈਂ ਸਮਝਦਾ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਹੈ ਉਹਨਾਂ ਨੂੰ ਇਹ ਗੱਲ ਨਹੀਂ ਚੰਗੀ ਲੱਗਦੀ ਕਿ ਉਹ ਇਹਦੇ ਵਿੱਚ ਦਖਲਅੰਦਾਜ਼ੀ ਕਰਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਲੰਬੇ ਸਮੇਂ ਤੋਂ ਆਪਣੇ ਜਿਹੜਾ ਸਾਡਾ ਮੀਰੀ ਤੇ ਪੀਰੀ ਦਾ ਸਿਧਾਂਤ ਹੈ ਜੀ ਉਹਨੂੰ ਲੈ ਕੇ ਚੱਲ ਰਹੀ ਹੈ ਅਤੇ ਬਕਾਇਦਾ ਤੌਰ ਤੇ ਜਿੱਥੇ ਵੀ ਕੋਈ ਸਿੱਖਾਂ ਦਾ ਮਸਲਾ ਹੁੰਦਾ, ਜਿੱਥੇ ਕੋਈ ਸਾਨੂੰ ਮੁਸ਼ਕਲ ਹੁੰਦੀ ਹੈ, ਜਿੱਥੇ ਕੋਈ ਸਿੱਖਾਂ ਤੇ ਅਟੈਕ ਹੁੰਦਾ, ਠੀਕ ਹੈ, ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੇਖਣਾ ਹੁੰਦਾ। ਤੇ ਫਿਰ ਵੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਵੀ ਕੋਈ ਅਜਿਹੀ ਗੱਲ ਹੁੰਦੀ ਹੈ ਉਹਦੇ ਵਿੱਚ ਸਰਕਾਰਾਂ ਦੀ ਇਨਵੋਲਵਮੈਂਟ ਹੁੰਦੀ ਹੈ। ਉਹਦੇ ਚਾਹੇ ਉਹ ਪੰਜਾਬ ਸਰਕਾਰ ਹੋਵੇ ਚਾਹੇ ਦੂਜੀਆਂ ਸਰਕਾਰਾਂ ਹੋਣ, ਉਹਨਾਂ ਦੀ ਇਨਵੋਲਵਮੈਂਟ ਹੁੰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਆਪਣਾ ਜਿਹੜਾ ਬਣਦਾ ਫਰਜ਼ ਆ ਉਹਨੂੰ ਪੂਰਾ ਕਰਦੀ ਆ। ਸਿੱਖਾਂ ਦੇ ਮੈਂ ਚਾਵਲਾ ਹੀ ਵਿਚਾਲੇ ਰੋਕ ਰਿਹਾ, ਮੈਂ ਥੋੜਾ ਜਿਹਾ ਵਿਚਾਲੇ ਰੋਕ ਰਿਹਾ ਸਰ, ਮਾਫੀ ਚਾਹੂੰਗਾ। ਦੇਖੋ ਅੱਜ ਚਰਚਾ ਅਸੀਂ ਚਾਹੁੰਦੇ ਹਾਂ, ਦਰਸ਼ਕ ਵੀ ਚਾਹੁੰਦੇ ਹੋਣਗੇ ਕਿ ਬਿਲਕੁਲ ਸਪਸ਼ਟ ਕਰੀਏ ਆਪਾਂ। ਮੈਂ ਸਿੱਧਾ ਪੁਆਇੰਟ ਪੁੱਛ ਰਿਹਾ ਕਿ ਜੇ ਪ੍ਰਸਾਰਣ ਵਾਲੇ ਮੁੱਦੇ ਉੱਤੇ ਸੀਐਮ ਸਵਾਲ ਚੁੱਕ ਰਹੇ ਨੇ ਤਾਂ ਉਸ ਦੇ ਉੱਤੇ ਇਤਰਾਜ਼ ਕਿਹੜੀ ਗੱਲ ਦਾ? ਕਿ ਉਹ ਨਹੀਂ ਚੁੱਕ ਸਕਦੇ ਕਿ ਕੋਈ ਬਾਹਰ ਵਾਲਾ ਸ਼ਖਸ ਇਹ ਗੱਲ ਉੱਥੇ ਜਾ ਕੇ ਨਹੀਂ ਕਹਿ ਸਕਦਾ ਕਿ ਇਹ ਜੇ ਠੀਕ ਨਹੀਂ ਹੋ ਰਿਹਾ ਜਾਂ ਹੋ ਰਿਹਾ? ਉਹ ਤਾਂ ਸਟੇਟ ਦੇ ਸੀਐਮ ਨੇ ਨਾ, ਉਹ ਤਾਂ ਸਭ ਤੋਂ ਵੱਡੀ ਕੁਰਸੀ ਦੇ ਉੱਤੇ ਬੈਠੇ ਨੇ। ਸੋ ਲੱਗ ਰਿਹਾ ਹੁਣ ਤੱਕ ਆਵਾਜ਼ ਨਹੀਂ ਪਹੁੰਚ ਰਹੀ। ਮੈਂ ਦੁਬਾਰਾ ਕੋਸ਼ਿਸ਼ ਕਰਾਂਗਾ। ਅਸੀਂ ਜੋ ਮੈਂ ਜ਼ਿਕਰ ਕਰ ਰਹੇ ਹਾਂ ਵਾਰ-ਵਾਰ ਕਿ ਕੋਸ਼ਿਸ਼ ਇਹੀ ਹੈ ਕਿ ਸਿੱਧੇ ਸਵਾਲ ਪੁੱਛ ਸਕੀਏ ਤੇ ਉਸ ਦਾ ਜਵਾਬ ਲੈ ਸਕੀਏ। ਅਹਿਬਾਬ ਗਰੇਵਾਲ ਜੀ, ਤੁਸੀਂ ਦਖਲਅੰਦਾਜ਼ੀ ਕਰ ਰਹੇ ਹੋ। ਮੈਂ ਤਾਂ ਸਿੱਧਾ ਕਹਿ ਰਿਹਾ ਕਿ ਜਿਸ ਤਰੀਕੇ ਨਾਲ ਐਸਜੀਪੀਸੀ ਨੇ ਕਿਹਾ ਉਸੇ ਪੁਆਇੰਟ ਤੇ ਆ ਰਹੇ ਹਾਂ
ਕਹਿੰਦੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਤੇ ਹੋਰ ਜਿਹੜੀਆਂ ਸਮੱਸਿਆਵਾਂ ਨੇ ਉਹਦੇ ਉਸ ਵਾਲੇ ਪਾਸੇ ਤੁਸੀਂ ਫੋਕਸ ਨਹੀਂ ਕਰ ਰਹੇ, ਤੁਹਾਨੂੰ ਜ਼ਿਆਦਾ ਹਾਂਜੀ, ਇੰਟਰਸਟ ਹੈ ਐਸਜੀਪੀਸੀ ਵਾਲੇ ਪਾਸੇ, ਤੁਸੀਂ ਧਾਰਮਿਕ ਮੁੱਦਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਹੋ। ਦੂਜੀ ਗੱਲ, ਮੇਰਾ ਨਾਮ ਗੌਰਵ ਜੀ ਅਹਿਬਾਬ ਸਿੰਘ ਗਰੇਵਾਲ ਹੈ, ਮੈਂ ਗੁਰੂ ਦਾ ਸਿੱਖ ਹਾਂ। ਜੀ। ਅੱਜ ਅਫਸੋਸ ਇਹ ਹੈ ਕਿ ਤੁਸੀਂ ਮੈਨੂੰ ਸਿੰਘ ਕਹਿੰਦੇ ਡਰਦੇ ਹੋ, ਕਿਉਂਕਿ ਇਹਨਾਂ ਲੋਕਾਂ ਨੇ ਇੰਨਾ ਕੁ ਧੱਕੇ ਮਾਰ-ਮਾਰ ਲੋਕਾਂ ਨੂੰ ਬਾਹਰ ਕੱਢਿਆ ਕਿ ਰਹੇ ਰੱਬ ਦਾ। ਪਹਿਲੀ ਗੱਲ। ਦੂਜੀ ਗੱਲ, ਇੰਟਰਫੇਅਰ ਕੋਈ ਨਹੀਂ ਨਹੀਂ, ਮੈਂ ਮਾਫੀ ਚਾਹਨਾ ਵਿਚਾਰੇ ਰੋਕ ਰਿਹਾ, ਡਰਨ ਵਾਲੀ ਕੋਈ ਗੱਲ ਨਹੀਂ। ਮੈਂ ਉਹਨੂੰ ਦਰੁਸਤ ਜ਼ਰੂਰ ਕਰ ਦਿੰਦਾ ਕਿ ਅਹਿਬਾਬ ਸਿੰਘ ਗਰੇਵਾਲ ਜੀ ਸਾਡੇ ਨਾਲ ਜੁੜੇ ਹੋਏ ਨੇ। ਜੀ ਜੀ, ਮੈਂ ਪੰਜਾਬ 'ਚ ਰਹਿਣਾ, ਬੜਾ ਕੋਈ ਐਸੀ ਕਦੇ ਫੀਲ ਨਹੀਂ ਹੋਈ, ਇਸ ਕਰਕੇ ਮੈਨੂੰ ਵਿਚਾਰੇ ਰੋਕਣਾ ਪਿਆ ਤੁਹਾਨੂੰ ਨਹੀਂ ਹੋਈ। ਹਾਂ, ਸੌਰੀ, ਤੁਹਾਨੂੰ ਨਹੀਂ ਫੀਲ ਹੋਈ, ਬਟ ਇਹਨਾਂ ਨੇ ਇੱਕ ਇੰਪ੍ਰੈਸ਼ਨ ਬਣਾਇਆ ਕਿ ਨਾ ਜੀ ਨਾ, ਇਹਨਾਂ ਨੂੰ ਨਹੀਂ ਕਹਿਣਾ। ਚਲੋ ਕੋਈ ਗੱਲ ਨਹੀਂ। ਦੂਜੀ ਗੱਲ, ਜਿਹੋ ਜਿਹਾ ਪੋਲੀਟੀਕਲ ਜਵਾਬ ਐਸਜੀਪੀਸੀ ਦੇ ਰਹੀ ਹੈ, ਆਪਾਂ ਨੂੰ ਪਤਾ ਲੱਗ ਰਿਹਾ ਹੈ। ਮੈਂ ਤੁਹਾਡੇ ਪ੍ਰੋਗਰਾਮ ਤੇ ਪਿਛਲੀ ਵਾਰੀ ਕਿਹਾ ਸੀਗਾ ਕਿ 14 ਸਾਲ ਬਾਅਦ ਤਾਂ ਭਗਵਾਨ ਰਾਮ ਦਾ ਵੀ ਬਨਵਾਸ ਮੁੱਕ ਗਿਆ ਸੀ, ਹੁਣ ਤਾਂ ਐਸਜੀਪੀਸੀ ਇਲੈਕਸ਼ਨ ਕਰਾ ਲਵੇ। ਰਹੀ ਗੱਲ ਗੁਰਬਾਣੀ ਦੀ, ਸਰ ਗੁਰਬਾਣੀ ਗੁਰਾਂ ਦੀ ਬਾਣੀ ਹੈ। ਸਾਡੇ ਗੁਰਾਂ ਨੇ ਚਾਰੇ ਦਰਵਾਜ਼ੇ ਚਾਰੇ ਦਿਸ਼ਾਵਾਂ ਵਿੱਚ ਖੁੱਲੇ ਰੱਖੇ ਸੀ। ਅੱਜ ਕੀ ਹੋ ਰਿਹਾ ਹੈ, ਮੈਂ ਅੱਜ ਰੇਟ ਲਿਸਟ ਪੜ੍ਹ ਰਿਹਾ ਸੀਗਾ, ਪੀਟੀਸੀ ਦੀ ਰੇਟ ਲਿਸਟ ਜਿਹੜੀ ਹੈ ਨਾ ਜੀ, ਜਿੱਥੇ ਜਿੱਥੇ ਦੁਨੀਆ 'ਚ ਗੁਰਬਾਣੀ ਪ੍ਰਸਾਰ ਕਰਦੇ, $54 ਤੋਂ ਥੱਲੇ ਕਿਤੇ ਵੀ ਨਹੀਂ। $54 ਪਰ ਮੰਥ ਐਂਡ ਇਹ ਆਪਾਂ ਨੂੰ ਸਭ ਨੂੰ ਪਤਾ ਕਿਹਦਾ ਚੈਨਲ ਹੈ, ਕਿਹਨੇ ਦਿੱਤਾ ਹੋਇਆ, ਕਿਹਨੇ ਐਕਸਕਲੂਸਿਵ ਰਾਈਟਸ ਦਿੱਤੇ ਹੋਏ ਨੇ। ਐਂਡ ਕਿਉਂਕਿ ਇਲੈਕਸ਼ਨਾਂ ਨਹੀਂ ਹੋਈਆਂ, ਕੋਈ ਗੱਲ ਹੀ ਨਹੀਂ ਕਰ ਪਾਇਆ, ਪਹਿਲੀ ਗੱਲ। ਦੂਜੀ ਗੱਲ, ਕਿਉਂਕਿ ਇਹ ਆਪਣਾ ਫਰਜ਼ ਇੰਨੇ ਚੰਗੇ ਤਰੀਕੇ ਨਾਲ ਨਿਭਾ ਰਹੇ ਸੀਗੇ, ਉਹ ਹੋਇਆ ਕਿ ਦੇਸ਼ ਦਾ ਜਿਹੜਾ ਪੋਪੂਲੇਸ਼ਨ ਰਿਪਲੇਸਮੈਂਟ ਰੇਟ ਆ ਉਹ 2.1 ਹੈ, ਸਿੱਖਾਂ ਦਾ 1.6 ਰਹਿ ਗਿਆ। ਦੈਟ ਮੀਨਸ ਕਿ ਆਉਣ ਵਾਲੇ 50 ਤੋਂ 60 ਸਾਲਾਂ 'ਚ ਸਿੱਖਾਂ ਦੀ ਆਬਾਦੀ ਡਰਾਮੈਟਿਕਲੀ ਥੱਲੇ ਆਊਗੀ। ਕਿਉਂ ਆਊਗੀ? ਪਹਿਲੀ ਗੱਲ ਤਾਂ ਇਹ ਐਕਸਕਲੂਸਿਵ ਨੇ ਨਾ ਜੀ, ਇਹਦਾ ਧੱਕੇ ਮਾਰਦੇ ਲੋਕਾਂ ਨੂੰ। ਸੈਕੰਡਲੀ, ਇਹ ਇਹੀ ਪ੍ਰਚਾਰ ਨਹੀਂ ਕਰ ਪਾਏ ਕਿ ਅਸੀਂ ਧਰਮ ਨੂੰ ਅੱਗੇ ਕਿਵੇਂ ਵਧਾਉਣਾ। ਥਰਡਲੀ ਗੌਰਵ ਜੀ, ਜਦੋਂ ਇੱਕ ਪਰਿਵਾਰ ਦੇ ਚੰਗਲ ਦੇ ਵਿੱਚ ਇੱਕ ਸੰਸਥਾ ਫਸ ਜੇ, ਜੇ ਇਹਨਾਂ ਦੇ ਚੰਗਲ 'ਚ ਨਹੀਂ ਇਲੈਕਸ਼ਨ ਕਰਾ ਲੈਣ, ਅਸੀਂ ਤਾਂ ਕਹਿੰਦੇ ਆ ਗੁਰਦੁਆਰਾ ਫਿਰ ਕਹਿਣਗੇ ਕਿ ਬੀਜੇਪੀ ਨੇ ਕਰਵਾਉਣੀ ਹੈ, ਸੈਂਟਰ ਦੀ ਸਰਕਾਰ ਆਰਡਰ ਦੇਗੀ। ਸਰ ਗੱਲ ਪਤਾ ਕੀ ਹੈ ਗੌਰਵ ਜੀ, ਸੈਂਟਰ ਦੀ ਸਰਕਾਰ ਨਹੀਂ, ਸੈਂਟਰ ਦੀ ਸਰਕਾਰ ਇਹਨਾਂ ਦੇ ਭਾਈਵਾਲ ਸੀ, ਇਹ ਤਾਂ ਥੋੜੀ ਦੇਰ ਲਈ ਅੱਡ ਹੋਏ ਆ। ਤੁਸੀਂ ਆ ਪਿਛਲੀਆਂ ਇਲੈਕਸ਼ਨਾਂ 'ਚ ਦੇਖ ਲਿਆ, ਅਕਾਲੀ ਸੰਗਲ ਤੜਾ ਰਹੇ ਸੀਗੇ, ਆਪਣਾ 39% ਵੋਟ ਸ਼ੇਅਰ ਹੁੰਦਾ ਸੀ, ਆਪਣਾ ਫਲਾਣਾ ਹੁੰਦਾ ਸੀ। ਦੋਹਾਂ ਨੂੰ ਇਸ ਗੱਲ ਦਾ ਪਤਾ ਹੈ, ਅਕਾਲੀਆਂ 'ਚੋਂ ਬੀਐਸਪੀ ਦੀ ਵੋਟ ਕੱਢ ਦੋ। ਗਰੇਵਾਲ ਸਾਹਿਬ, ਮੈਂ ਪੁਆਇੰਟ ਤੇ ਆਵਾਂ, ਮੈਂ ਸਿੱਧਾ ਸਵਾਲ ਪੁੱਛ ਰਿਹਾ, ਤੁਸੀਂ ਇਹ ਸਮਝਾਓ ਲੋਕਾਂ ਨੂੰ ਕਿ ਉਸ ਦਾ ਨੁਕਸਾਨ ਕੀ ਹੋ ਰਿਹਾ ਹੈ। ਥੋੜੇ ਘੱਟ ਸ਼ਬਦਾਂ ਦੇ ਵਿੱਚ ਸਪਸ਼ਟਤਾ ਨਾਲ ਸਮਝ ਆਵੇ ਕਿ ਜੇ ਗੁਰਬਾਣੀ ਦਾ ਪ੍ਰਸਾਰਣ ਤੁਸੀਂ ਕਹਿ ਰਹੇ ਹੋ ਕਿ ਐਕਸਕਲੂਸਿਵਲੀ ਇੱਕ ਚੀਜ਼ ਇੱਕ ਨਿੱਜੀ ਚੈਨਲ ਨੂੰ ਦਿੱਤਾ ਗਿਆ, ਤਾਂ ਉਸ ਦਾ ਕੀ ਨੁਕਸਾਨ, ਸਿੱਖ ਕੌਮ ਨੂੰ ਕੀ ਨੁਕਸਾਨ ਹੋ ਰਿਹਾ, ਇਹ ਦੱਸੋ ਲੋਕਾਂ ਨੂੰ। ਇਹ ਨੁਕਸਾਨ ਇਹ ਹੈ ਜੀ ਕਿ ਮੇਰੇ ਗੁਰੂ ਦੀ ਬਾਣੀ ਜਿਹੜੀ ਹੈ ਨਾ, ਉਹ ਸਾਰੇ ਸੰਸਾਰ ਲਈ ਹੈ, ਉਹਦੇ ਤੇ ਚਾਰजेस ਨਹੀਂ ਲੱਗਣੇ ਚਾਹੀਦੇ। ਮੇਰੇ ਗੁਰੂ ਨੇ ਜਦੋਂ ਦਰਬਾਰ ਸਾਹਿਬ ਬਣਾਇਆ ਨਾ ਜੀ, ਤੇ ਮੇਰੇ ਗੁਰੂ ਨੇ ਚਾਰੇ ਬੂਹੇ ਖੁੱਲੇ ਰੱਖੇ। ਉਹਦੇ ਤੇ ਤੁਸੀਂ ਕਿਹਾ ਸੀ, ਤੁਹਾਨੂੰ ਯਾਦ ਹੋਊਗਾ, ਪੁੱਛਿਆ ਕਿ ਇੱਥੇ ਮਸ਼ੀਨਾਂ ਲੱਗਣ 에어ਪੋਰਟ ਵਾਲੀਆਂ, ਮੈਂ ਕਿਹਾ ਰੱਬ ਦਾ ਵਾਸਤਾ ਸਾਡੇ ਬੂਹੇ ਨਾ ਬੰਦ ਕਰਿਓ, ਸਾਡੇ ਗੁਰੂਆਂ ਨੇ ਖੋਲਿਆ ਸੀ, ਤੁਸੀਂ ਵੀ ਖੋਲੋ, ਪੈਸੇ ਨਾ ਕਮਾਓ, ਵੱਧ ਕਰੋ, ਬਹੁਤ ਕਮਾ ਲਿਓ। 14 ਸਾਲ ਹੋ ਗਏ ਜੀ, ਵੱਟ ਕੱਢਤੇ ਇਹਨਾਂ ਨੇ। ਠੀਕ ਹੈ, ਮਤਲਬ ਤੁਹਾਨੂੰ ਲੱਗਦਾ ਹੈ ਕਿ ਜੇਕਰ ਇਹ ਰਾਈਟਸ ਸਭ ਨੂੰ ਦੇ ਦਿੱਤੇ ਜਾਂਦੇ ਨੇ, ਫ੍ਰੀ ਟੂ 에ਅਰ ਕਰ ਦਿੱਤਾ ਜਾਂਦਾ, ਤਾਂ ਇਸ ਦੇ ਨਾਲ ਫਾਇਦਾ ਹੋਏਗਾ ਪੰਥ ਨੂੰ। ਬਿਲਕੁਲ ਹੋਏਗਾ ਸਰ, ਗੁਰੂ ਦੀ ਬਾਣੀ ਸਾਰੀ ਦੁਨੀਆ ਸੁਣੇ, ਗੁਰੂ ਦੀ ਬਾਣੀ ਸਾਰੀ ਦੁਨੀਆ ਤਰੇ, ਗੁਰੂ ਦੀ ਥਾਂ 'ਚ ਹਸਪਤਾਲ ਬਣਨ, ਕਾਲਜ ਬਣਨ। ਗੁਰੂ ਸਿੱਖਿਆ ਦਿੰਦੇ ਸੀ, ਆਪਾਂ ਸਿੱਖਾਂ ਜੀ, ਸਿੱਖ ਦਾ ਕੰਮ ਹੈ ਸਿੱਖਣਾ। ਤੇ ਜੇ ਆਪਾਂ ਸਿੱਖਿਆ ਹੀ ਨਹੀਂ ਬਣ ਸਕਦੇ, ਫਿਰ ਫਾਇਦਾ ਕੀ ਹੋਇਆ ਜੀ? ਜੇ ਅਸੀਂ ਗੁਰੂ ਦੀ ਬਾਣੀ ਨਹੀਂ ਬਣ ਸਕੇ, ਅਸੀਂ ਉੱਤੇ ਪੈਸੇ ਲਾਤੇ, ਫਿਰ ਫਾਇਦਾ ਕੀ ਹੋਇਆ? ਕੀ ਫਾਇਦਾ ਹੋਇਆ? ਠੀਕ ਹੈ, ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਇੱਕ ਵਾਰੀ ਰੁਕ ਕਰਨਾ। ਇਨਫੈਕਟ ਥੋੜੀ ਦੇਰ ਦੇ ਵਿੱਚ ਸਾਡੇ ਨਾਲ ਚਾਵਲਾ ਜੀ ਵੀ ਦੁਬਾਰਾ ਜੁੜ ਚੁੱਕੇ ਹੋਣਗੇ, ਆਪਾਂ ਉਹਨਾਂ ਤੋਂ ਸਵਾਲ ਜਵਾਬ ਕਰਾਂਗੇ। ਮੈਂ ਕਿੰਗਰਾ ਜੀ ਦਾ ਰੁਕ ਕਰਦਾ ਤੇ ਹਰਜੀਤ ਗਰੇਵਾਲ ਜੀ ਵੀ ਸਾਡੇ ਨਾਲ ਨੇ, ਉਹਨਾਂ ਦਾ ਵੀ ਰੁਕ ਕਰਾਂਗਾ। ਕਿੰਗਰਾ ਜੀ, ਪ੍ਰਸਾਰਣ ਵਾਲੇ ਵਿਵਾਦ ਦੇ ਉੱਤੇ ਕਾਂਗਰਸ ਦਾ ਕੀ ਟੇਕ ਹੈ? ਸਮਝਣਾ ਚਾਹਾਂਗੇ ਕਿ ਵਾਕਈ ਜੇਕਰ ਇਸ ਮੁੱਦੇ ਉੱਤੇ ਗੱਲਬਾਤ ਹੋ ਰਹੀ ਹੈ ਤਾਂ ਹੋਣੀ ਚਾਹੀਦੀ ਹੈ, ਕਿ ਖੁੱਲ ਕੇ ਹੋਵੇ ਗੱਲਬਾਤ, ਕਿ ਗੁਰਬਾਣੀ ਦੇ ਪ੍ਰਸਾਰਣ ਹਰ ਕਿਸੇ ਦੇ ਕੋਲ ਹੋਣ, ਵੱਖ-ਵੱਖ ਪਲੇਟਫਾਰਮਸ ਦੇ ਉੱਤੇ ਹੋਣ, ਦੁਨੀਆ 'ਚ ਕਿਤੇ ਵੀ ਕੋਈ ਨਾਨਕ ਨਾਮ ਲੇਵਾ ਸੰਗਤ ਬੈਠੀ ਹੈ ਉਹ ਸੁਣ ਸਕੇ, ਸਿਮਰਨ ਕਰ ਸਕੇ, ਕੋਈ ਪੇਮੈਂਟ, ਕੋਈ ਚਾਰजेस, ਕੋਈ ਫੀਸ ਨਾ ਦੇਣੀ ਪਵੇ। ਗੌਰਵ ਜੀ, ਇਹਦੇ 'ਚ ਦੋ ਗੱਲਾਂ ਨੇ ਜਿਹੜੀਆਂ ਅਹਿਬਾਬ ਸਿੰਘ ਗਰੇਵਾਲ ਜੀ ਨੇ ਕੀਤੀਆਂ ਨੇ। ਪਹਿਲੀ ਗੱਲ ਤਾਂ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲੈਕਸ਼ਨ ਕਰਾ ਲੇ। ਅਹਿਬਾਬ ਸਿੰਘ ਗਰੇਵਾਲ ਜੀ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਕਰਾਉਣ ਦੇ ਵਿੱਚ ਕੋਈ ਰੋਲ ਨਹੀਂ ਹੈਗਾ। ਇਹ ਕੇਂਦਰ ਸਰਕਾਰ ਦਾ ਐਕਟ ਹੈ, ਕੇਂਦਰ ਸਰਕਾਰ ਇਹਦੇ 'ਚ ਇਲੈਕਸ਼ਨ ਕਰਾ ਸਕਦੀ ਹੈ, ਹੋਰ ਕੋਈ ਇਹਦੇ 'ਚ ਇਲੈਕਸ਼ਨ ਨਹੀਂ ਕਰਾ ਸਕਦਾ। ਮੈਂ ਜ਼ਿਕਰ ਕੀਤਾ ਸੀ, ਉਹ ਕਹਿੰਦੇ ਕਿ ਇਹ ਦੋਵੇਂ ਭਾਈਵਾਲ ਨੇ, ਪੁਰਾਣੇ ਭਾਈਵਾਲ ਨੇ, ਕਰਵਾ ਸਕਦੇ ਸੀ, ਨਹੀਂ ਕਰਵਾਏ। ਦੇਖੋ ਮੈਂ ਭਾਈਵਾਲਤਾ ਦੀ ਕੋਈ ਗੱਲ ਨਹੀਂ ਕਰਦਾ, ਸਾਡੀ ਇਹਨਾਂ ਨਾਲ ਕੋਈ ਭਾਈਵਾਲਤਾ ਨਹੀਂ, ਮੈਂ ਤਾਂ ਤੁਹਾਨੂੰ ਟੈਕਨੀਕਲ ਗੱਲ ਕਰਦਾ। ਦੂਜੀ ਗੱਲ ਜਿਹੜੀ ਹੈ,
ਗੁਰਦੁਆਰਾ ਮੈਨੇਜਮੈਂਟ ਐਕਟ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੇ ਐਕਸਕਲੂਸਿਵ ਰਾਈਟ ਹੈ ਗੁਰਦੁਆਰਿਆਂ ਨੂੰ ਮੈਨੇਜ ਕਰਨ ਦੇ। ਠੀਕ ਹੈ। ਉਹਨਾਂ ਕੋਲੇ ਕਿਸ ਤਰ੍ਹਾਂ ਪੈਸਾ ਖਰਚਣਾ ਹੈ, ਕਿੱਥੇ ਕਾਲਜ ਖੋਲਣਾ ਹੈ, ਇਹ ਵੱਖਰੀ ਗੱਲ ਹੈ ਕਿ ਤੁਸੀਂ ਕਹੋ ਕਿ ਉਹਨਾਂ ਨੇ ਨਹੀਂ ਕੀਤਾ, ਪਰ ਐਕਸਕਲੂਸਿਵ ਜਿਹੜੀ ਉਹਨਾਂ ਕੋਲੇ ਲੀਗਲ ਜਿਹੜੀ ਹੈਗੀ ਹੈ ਉਹਨਾਂ ਕੋਲੇ ਰਾਈਟਸ ਨੇ ਕਿ ਉਹ ਕਿਸ ਤਰ੍ਹਾਂ ਮੈਨੇਜ ਕਰਦੇ ਨੇ ਗੁਰਦੁਆਰਾ ਅਫੇਅਰਸ ਨੂੰ, ਕਿਸ ਤਰ੍ਹਾਂ ਉਹ ਰੈਵਨਿਊ ਇਕੱਠਾ ਕਰਦੇ ਨੇ, ਕਿਸ ਤਰ੍ਹਾਂ ਉਹ ਰੈਵਨਿਊ ਨੂੰ ਸਪੈਂਡ ਕਰਦੇ ਨੇ। ਠੀਕ ਹੈ। ਤੀਜੀ ਗੱਲ ਜਿਹੜੀ ਹੈਗੀ ਹੈ, ਜਿਹੜਾ ਵੀ ਇੰਸਟੀਟਿਊਸ਼ਨ ਦੁਨੀਆ ਦੇ ਵਿੱਚ ਰਾਈਟਸ ਹੋਲਡ ਕਰਦਾ ਉਹਦੇ ਕੋਲੇ ਬ੍ਰੌਡਕਾਸਟਿੰਗ ਰਾਈਟਸ ਹੁੰਦੇ ਨੇ, ਚਾਹੇ ਉਹ ਤੁਸੀਂ 올림픽 ਕਮੇਟੀ ਲੈ ਲਓ, ਚਾਹੇ ਤੁਸੀਂ ਏਸ਼ੀਅਨ ਖੇਡਾਂ ਦੀ ਕਮੇਟੀ ਲੈ ਲਓ, ਚਾਹੇ BBC ਲੈ ਲਓ, ਚਾਹੇ ਕੋਈ ਲੈ ਲਓ। ਹੁਣ ਉਹ ਐਕਸਕਲੂਸਿਵ ਰਾਈਟ ਜਿਹੜੇ ਹੁੰਦੇ ਨੇ ਉਹਨਾਂ ਨੂੰ ਵਿਤਰਨ ਕਿਵੇਂ ਕੀਤਾ ਜਾਂਦਾ ਹੈ, ਉਹਦੇ ਦੋ ਤਰੀਕੇ ਨੇ। ਤੁਸੀਂ ਉੱਥੇ 50 ਕੈਮਰੇ ਨਹੀਂ ਲਵਾ ਸਕਦੇ, ਤੁਸੀਂ ਉੱਥੇ ਸਾਰਿਆਂ ਨੂੰ ਬੁਲਾ ਕੇ ਇੱਕ ਫੀਡ ਪੈਦਾ ਕਰ ਸਕਦੇ ਹੋ। ਉਹ ਫੀਡ ਜਿਹੜੀ ਹੈ ਉਹ ਇੱਕੋ ਹੀ ਚੈਨਲ ਪੈਦਾ ਕਰੂਗੀ। ਉਹ ਫੀਡ ਪੈਦਾ ਕਰਕੇ ਤੁਸੀਂ ਸਾਰੀਆਂ ਚੈਨਲਾਂ ਨੂੰ ਡਿਸਟ੍ਰੀਬਿਊਟ ਕਰ ਸਕਦੇ ਹੋ। ਉਹ ਡਿਸਟ੍ਰੀਬਿਊਟ ਕਰਨ ਦੇ ਉੱਤੇ ਤੁਸੀਂ ਮੁਫਤ ਦਿੰਦੇ ਹੋ ਜਾਂ ਨਹੀਂ ਦਿੰਦੇ, ਉਹਦੇ ਤੇ SGPC ਦਾ ਕੋਈ ਅਧਿਕਾਰ ਨਹੀਂ ਹੈਗਾ। SGPC ਸਿਰਫ ਇਹ ਜਿਹੜਾ, ਦੇਖੋ ਮੈਂ ਤੁਹਾਨੂੰ ਲੀਗਲ ਗੱਲ ਕਰਦਾ, ਮੈਂ ਖੇਡ ਮੰਤਰਾਲੇ 'ਚ ਬਹੁਤ ਦੇਰ ਰਿਹਾਗਾ, ਕਾਮਨਵੈਲਥ ਖੇਡਾਂ ਦੇ ਵਿੱਚ ਵੈਲਿਡ ਲੌਜੀਕ ਸਰ, ਪੁਆਇੰਟ ਹੈ ਤੁਹਾਡਾ ਵੈਲਿਡ ਹੈ। ਹਾਂਜੀ, ਉਹਦੇ ਵਿੱਚ ਕੀ ਹੈ ਕਿ SGPC ਸਾਰੀਆਂ ਚੈਨਲਾਂ ਨੂੰ ਬੁਲਾਵੇ। ਕੋਈ ਚੈਨਲ ਕਹਿੰਦੀ ਮੈਂ 2 ਕਰੋੜ ਦਿੰਨੀ ਆ, ਕੋਈ ਚੈਨਲ ਕਹਿੰਦੀ ਮੈਂ 50 ਕਰੋੜ ਦਿੰਨੀ ਆ। ਜਿਹੜੀ ਚੈਨਲ ਵੱਧ ਬਿਡ ਕਰੇਗੀ SGPC ਉਹਨਾਂ ਨੂੰ ਐਕਸਕਲੂਸਿਵ ਰਾਈਟ ਦੇਵੇ। ਉਹਦੇ ਤੇ ਦੋ ਤਰੀਕੇ ਹੋਏ ਆ ਜਾਂਦੇ ਨੇ ਗੌਰਵ ਜੀ। ਪਹਿਲੀ ਗੱਲ ਹੁੰਦੀ ਹੈ ਕਿ TRP ਕੀ ਹੈ ਉਸ ਚੈਨਲ ਦੀ। ਫਰਜ਼ ਕਰ ਲਓ ਕਿ ਇਹੋ ਜਿਹੀ ਚੈਨਲ ਰਾਈਟਸ ਲੈ ਲੈਂਦੀ ਜਿਹਨੂੰ ਦੇਖਦਾ ਹੀ ਕੋਈ ਨਹੀਂਗਾ, ਉਹ ਚੈਨਲ ਨੂੰ ਰਾਈਟਸ SGPC ਕਿਉਂ ਦੇਵੇ? ਸੋ ਇਸ ਕਰਕੇ TRP ਕੀ ਹੈ, ਵਿਊਅਰਸ਼ਿਪ ਕੀ ਹੈ, ਉਹਨਾਂ ਦੀ ਰੀਚ ਕਿੰਨੀ ਹੈ, ਆਊਟਰੀਚ ਕਿੰਨੀ ਹੈ, ਇਹ ਸਾਰੀਆਂ ਗੱਲਾਂ ਕਰਕੇ ਫੈਸਲਾ ਕੀਤਾ ਜਾਂਦਾ ਹੈ ਕਿ ਰਾਈਟਸ ਕਿਹਨੂੰ ਦਿੱਤੇ ਜਾਣ। ਉਹ ਫੀਡ ਜਦੋਂ ਇੱਕ ਵਾਰੀ ਰਾਈਟਸ SGPC ਕਿਸੇ ਨੂੰ ਦੇ ਦਿੰਦੀ ਹੈ ਜਾਂ ਕੋਈ ਵੀ ਸੰਸਥਾ ਦੇ ਦਿੰਦੀ ਹੈ, ਉਹ ਫੀਡ ਦੀ ਜਿਹੜੀ ਸੇਲ ਹੈ ਉਹ ਫਿਰ ਉਸ ਚੈਨਲ ਦਾ ਐਕਸਕਲੂਸਿਵ ਰਾਈਟ ਬਣ ਜਾਂਦਾ ਕਿ ਉਹ ਫੀਡ ਕਿਹਨੂੰ ਵੇਚਣੀ ਹੈ। ਉਹਨਾਂ ਨੇ ਉਹ ਫੀਡ 10 ਚੈਨਲ ਨੂੰ ਵੇਚ ਸਕਦੇ ਆ, ਉਹ ਐਕਸਕਲੂਸਿਵਲੀ ਆਪਦੇ ਕੋਲੇ ਵੀ ਰੱਖ ਸਕਦੇ ਆ। ਇਹ ਉਹਨਾਂ ਤੇ ਨਿਰਭਰ ਕਰਦਾ। ਸੋ ਇਸ ਕਰਕੇ ਦੇਖੋ, ਜਿਹੜਾ ਭਗਵੰਤ ਮਾਨ ਜੀ ਨੇ ਅੱਜ ਇੱਕ SGPC ਬਾਰੇ ਕਮੈਂਟ ਕੀਤਾ ਹੈਗਾ, ਮੈਂ ਹੈਰਾਨ ਹਾਂ। ਕਮੇਡੀ ਦਾ ਜਿਹੜਾ ਹੁੰਦਾ ਨਾ ਸਟੇਜ, ਉਹਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਦੇ ਵਿੱਚ ਇਹ ਭਗਵੰਤ ਮਾਨ ਜੀ ਨੂੰ ਫਰਕ ਸਮਝਣਾ ਚਾਹੀਦਾ ਹੈ। ਇਹਨਾਂ ਦਾ ਇੱਕ ਇੱਕ ਅੱਖਰ ਬੋਲਿਆ ਇਤਿਹਾਸ ਬਣੇਗਾ, ਇਹਨਾਂ ਦਾ ਇੱਕ ਇੱਕ ਅੱਖਰ ਬੋਲਿਆ ਪੜਚੋਲ ਹੋਏਗਾ। ਉਹ ਕਹਿੰਦੇ SGPC ਤੋਤਾ ਹੈ। ਕੋਈ ਵੀ ਸੰਸਥਾ ਜਿਹੜੀ ਕਾਨੂੰਨ ਦੇ ਤਹਿਤ ਬਣਾਈ ਜਾਂਦੀ ਹੈ, ਉਹ ਬੇਸ਼ੱਕ ਕਿਸੇ ਦਾ ਕਹਿਣਾ ਮੰਨੇ ਚਾਹੇ ਨਾ ਮੰਨੇ, ਉਹਨੂੰ ਤੋਤਾ ਕਹਿਣਾ। ਮੈਂ ਕਹਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਡੈਫੇਮੇਸ਼ਨ ਕੇਸ ਫਾਈਲ ਕਰਨਾ ਚਾਹੀਦਾ ਸਰਦਾਰ ਭਗਵੰਤ ਸਿੰਘ ਮਾਨ ਦੇ ਉੱਤੇ, ਇਸ ਗੱਲ ਕਹਿਣ ਦੇ ਉੱਤੇ ਕਿ SGPC ਇੱਕ ਤੋਤਾ ਹੈ। SGPC ਨੇ ਮੈਨੂੰ ਲੱਗਦਾ ਕਿ ਪ੍ਰਧਾਨ ਨੂੰ ਕਿਹਾ ਸੀ, ਅਗਰ ਮੈਂ ਗਲਤ ਨਹੀਂ ਤਾਂ। ਨਹੀਂ ਜੀ, ਨਹੀਂ, SGPC ਨੂੰ ਕਿਹਾ ਸੀ। ਇਹ ਤੋਤਾ ਜਿਹੜਾ ਹੈ, ਇਹ SGPC ਜਿਹੜੀ ਆ ਉਹ ਸਾਡੀ ਸਿੱਖਾਂ ਦੀ ਸਰਵਉੱਚਮ ਸੰਸਥਾ ਹੈ। ਉਹਦੇ ਵਿੱਚ ਕਿਸੇ ਵੇਲੇ ਕਰਪਟ ਬੰਦੇ ਵੀ ਆ ਸਕਦੇ ਆ, ਕਿਸੇ ਵੇਲੇ ਇਮਾਨਦਾਰ ਬੰਦੇ ਵੀ ਆ ਸਕਦੇ ਆ। ਅਸੀਂ ਉਹਨਾਂ ਬੰਦਿਆਂ ਨੂੰ ਨਿੰਦ ਸਕਦੇ ਆ, ਲੇਕਿਨ ਅਸੀਂ ਸੰਸਥਾ ਨੂੰ ਨਹੀਂ ਨਿੰਦ ਸਕਦੇ। ਇਸ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੂੰ ਕੁਝ ਵੀ ਬੋਲਣ ਤੋਂ ਪਹਿਲਾਂ ਘੜੀਏ ਸ਼ਬਦ ਸੱਚੀ ਟਕਸਾਲ, ਬਿਲਕੁਲ ਘੜ ਕੇ ਸ਼ਬਦ ਬੋਲਣੇ ਚਾਹੀਦੇ। ਬਹੁਤ ਲੂਜ਼ ਟਾਕ ਕਰਦੇ ਆ। ਕਹਿੰਦੇ ਨੇ ਰਾਜਾ ਤੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ, ਇਹ ਦੇ ਆਰ ਨੋਨ ਬਾਈ ਦੀ ਐਡਵਾਈਜ਼ਰ ਦੇ ਕੀਪ। ਜਾਂ ਤਾਂ ਬਿਊਰੋਕ੍ਰੇਸੀ ਇਹਨਾਂ ਨੂੰ ਐਡਵਾਈਸ ਦਿੰਦੀ ਨਹੀਂ ਚੰਗੀ, ਤੇ ਜਾਂ ਫਿਰ ਇਹ ਬਿਊਰੋਕ੍ਰੇਸੀ ਤਾਂ ਆਪਦੇ ਐਡਵਾਈਜ਼ਰਾਂ ਦੀ ਐਡਵਾਈਸ ਲੈਂਦੇ ਨਹੀਂ। ਦੋਨਾਂ ਚੋਂ ਇੱਕ ਗੱਲ ਹੈ। ਤੁਸੀਂ ਯੂ ਆਰ ਅ ਕਮੇਡੀਅਨ ਪਾਰ ਐਕਸਲੈਂਸ, ਬਟ ਯੂ ਆਰ ਨਾਟ ਅ CM ਪਾਰ ਐਕਸਲੈਂਸ। ਆਈ ਕੈਨ ਸੇ ਨਿਊਟਰੈਲਿਟੀ ਦੇ ਨਾਲ। ਠੀਕ ਹੈ, ਚਲੋ ਮੈਂ ਕਿੰਗਰਾ ਸਾਹਿਬ ਬਹੁਤ ਛੋਟਾ ਜਿਹਾ ਕਮੈਂਟ ਚਾਹੁੰਦਾ ਮੈਂ, ਉਸ ਤੋਂ ਬਾਅਦ ਗਰੇਵਾਲ ਸਾਹਿਬ ਦਾ ਰੁਖ ਕਰਨਾ। ਥੋੜਾ ਅਹਿਬਾਬ ਜੀ, ਥੋੜਾ ਜਿਹਾ ਵੇਟ ਕਰਿਓ ਪਲੀਜ਼। ਕਰਨੀ ਚਾਹੀਦੀ ਨਹੀਂ ਕਿੰਗਰਾ ਜੀ, ਤੁਸੀਂ ਇੱਕ ਕਲੀਅਰ ਸ਼ਬਦਾਂ ਦੇ ਵਿੱਚ ਜੇਕਰ ਜਵਾਬ ਦੇ ਸਕੋ ਕਿ ਟੈਲੀਕਾਸਟ ਵਾਲੇ ਮੁੱਦੇ ਦੇ ਉੱਤੇ ਤੁਹਾਨੂੰ ਲੱਗਦਾ ਹੈ ਕਿ ਚਰਚਾ ਹੋਣੀ ਚਾਹੀਦੀ ਹੈ ਜਾਂ ਨਹੀਂ? ਤੁਸੀਂ ਬਹੁਤ ਸਾਰੇ ਰਾਈਟਸ ਦਾ ਜ਼ਿਕਰ ਕਰ ਦਿੱਤਾ। ਦੇਖੋ IPL ਚੱਲ ਰਿਹਾ, 올림픽 ਚੱਲ ਰਿਹਾ, ਹਜ਼ਾਰਾਂ ਕਰੋੜ ਦੇ ਰਾਈਟਸ ਵਿਕਦੇ ਨੇ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਹੁਣ ਪੁਆਇੰਟ ਇਹੀ ਹੈ ਕਿ ਆਪਾਂ ਰਾਈਟਸ ਦੇ ਉੱਤੇ ਗੱਲ ਕਰੀਏ ਕਿ ਨਾ ਕਰੀਏ। ਸੁਣੋ ਨਾ ਮੇਰਾ ਜਵਾਬ ਗੌਰਵ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੇਟ ਹੈ, ਭਾਵੇਂ ਟਾਈਮ ਸਿਰ ਹੈ। ਇਟ ਇਜ਼ ਅ ਡਿਊਲੀ ਇਲੈਕਟਿਡ ਬਾਡੀ ਬਾਈ ਦਾ 6 ਦੋਜ਼ ਹੂ ਆਰ ਐਂਟਾਈਟਲਡ ਟੂ ਵੋਟ ਐਜ਼ ਅ ਬਾਡੀ। ਉਹ ਜਿਹੜੀ ਬਾਡੀ ਹੈਗੀ ਹੈ ਉਹ ਰਿਪਰੈਜ਼ੈਂਟ ਕਰਦੀ ਹੈ ਸਾਰੇ ਸਿੱਖਾਂ ਨੂੰ। ਠੀਕ ਹੈ। ਇਹ ਜਿਹੜੇ ਕਹਿੰਦੇ ਨੇ ਕਿ ਕੋਈ ਸਿੱਖ ਜਿਹੜੇ ਆ ਉੱਥੇ ਨਹੀਂ, ਉਹਦੇ ਸਹਿਜਧਾਰੀ ਸਿੱਖ ਜਿਹੜੇ ਆ ਉਹ ਨਹੀਂ ਹੈਗੇ ਮੈਂਬਰ, ਉਹ ਵੋਟ ਨਹੀਂ ਪਾ ਸਕਦੇ। ਦੇਖੋ, ਜਿਹੜਾ ਬੰਦਾ ਵੋਟ ਪਾ ਸਕਦਾ ਉਹ ਪ੍ਰਧਾਨ ਵੀ ਬਣ ਸਕਦਾ ਹੈ। ਕੱਲ ਨੂੰ ਜੇ ਸਹਿਜਧਾਰੀ ਸਿੱਖ ਕੋਈ ਪ੍ਰਧਾਨ ਬਣ ਗਿਆ ਤਾਂ ਸਿੱਖਾਂ ਦਾ ਜਿਹੜਾ ਉਹ ਇਮੇਜ ਨਹੀਂ ਰਹੇਗਾ। ਇਸ ਕਰਕੇ ਸਹਿਜਧਾਰੀ ਸਿੱਖਾਂ ਦੀ ਵੋਟ ਜਿਹੜੀ ਆ ਖਤਮ ਕੀਤੀ ਗਈ ਹੈ। ਇਹ ਗੱਲਾਂ ਸਾਨੂੰ ਸੋਚਣੀਆਂ ਪੈਣਗੀਆਂ। ਚਲੋ ਮੈਂ ਉਸ ਵਾਲੇ ਪਾਸੇ ਨਾ ਜਾਵਾਂ ਪਲੀਜ਼। ਮੈਂ ਤਾਂ ਇਹ ਕਹਿ ਰਿਹਾ ਕਿ ਨਹੀਂ, ਮੈਨੂੰ ਕਿੰਗਰਾ ਜੀ ਇਹ ਵੀ ਲੱਗ ਰਿਹਾ ਕਿ ਤੁਸੀਂ ਆਪਣੇ ਪਾਰਟੀ ਪ੍ਰਧਾਨ ਜਿਹੜੇ ਪੰਜਾਬ ਦੇ ਨੇ ਉਹਨਾਂ ਤੋਂ ਇੱਕ ਵੱਖਰੀ ਲਾਈਨ ਫੜ ਰਹੇ ਹੋ। ਫੈਸਲੇ ਦੇ ਵਿੱਚ ਸਰਕਾਰ ਇੰਟਰਫੀਅਰ ਨਾ ਕਰੇ ਤਾਂ ਚੰਗੀ ਗੱਲ ਹੈ, ਜੇ ਕਰਨਗੇ ਤਾਂ ਦੁਨੀਆ ਭਰ ਦੇ ਨਹੀਂ। ਰਾਜਾ ਜਿੰਨਾ ਬਿਆਨ ਮੈਂ ਸੁਣਿਆ, ਰਾਜਾ ਵੜਿੰਗ ਦੀ ਸਟੇਟਮੈਂਟ
ਕਿਤੇ ਨਾ ਕਿਤੇ ਸਰਕਾਰ ਨੂੰ ਬੈਕ ਕਰ ਰਹੀ ਸੀ। ਕਿੰਗਰਾ ਜੀ ਤੁਸੀਂ ਇੱਕ ਵੱਖਰੀ ਲਾਈਨ ਫੜ ਰਹੇ ਹੋ। ਦੇਖੋ ਮੈਂ ਤੁਹਾਨੂੰ ਦੱਸਾਂ ਮੇਰੇ ਵਿਚਾਰ ਜਿਹੜੇ ਤੁਸੀਂ ਮੈਨੂੰ ਪੁੱਛੇ ਆ, ਮੈਂ ਦੱਸੇ ਆ। ਜੇ ਰਾਜਾ ਵੜਿੰਗ ਜੀ ਮੇਰੇ ਵਿਚਾਰ ਪੁੱਛਦੇ ਤਾਂ ਮੈਂ ਉਹਨਾਂ ਨੂੰ ਇਹੀ ਵਿਚਾਰ ਦੱਸਣੇ ਸੀ। ਪੁਆਇੰਟ ਹੈ ਨਾ ਕਿ ਤੁਸੀਂ ਤਾਂ ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਨਾ ਸਰ, ਇੱਥੇ ਤੁਸੀਂ ਇੱਥੇ ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਹੋ। ਮੈਂ ਤੁਹਾਨੂੰ ਦੱਸਦਾ ਕਿ ਮੈਂ ਕਾਂਗਰਸ ਦਾ ਵਿਊ ਇਹ ਹੋਣਾ ਚਾਹੀਦਾ ਸਿੱਖਾਂ ਦੇ ਪ੍ਰਤੀ ਜਿਹੜਾ ਹੈਗਾ ਉਹ ਵਿਊ ਹੋਣਾ ਚਾਹੀਦਾ ਕਿ ਐਸਜੀਪੀਸੀ ਇੱਕ ਇੰਡੀਪੈਂਡੈਂਟ ਬੋਡੀ ਹੈ, ਡਿਊਲੀ ਇਲੈਕਟਡ, ਐਂਡ ਗਵਰਨਮੈਂਟ ਸ਼ੁੱਡ ਨਾਟ ਹੈਵ ਐਨੀ ਇੰਟਰਫੀਅਰੈਂਸ ਇਨ ਦੈਟ whatsoever. Government is not supposed to make statement on that even. ਠੀਕ ਹੈ ਮੈਂ ਤੁਹਾਡੇ ਤੋਂ ਵਾਪਸ ਆਉਣਾ। ਮੈਂ ਇੱਕ ਵਾਰੀ ਹਰਜੀਤ ਗਰੇਵਾਲ ਜੀ ਦਾ ਰੁਕ ਕਰਦਾ। ਸਾਡੇ ਨਾਲ ਅਹਿਬਾਬ ਗਰੇਵਾਲ ਜੀ ਵੇਟ ਕਰਿਓ, ਆਪਾਂ ਸਾਰਿਆਂ ਨੂੰ ਐਡ ਕਰ ਲਈਏ, ਤੁਸੀਂ ਬਹੁਤ ਸਾਰੇ ਜਵਾਬ ਦੇਣੇ। ਮੈਂ ਕਿੰਗਰਾ ਜੀ ਆਉਂਗਾ ਤੁਹਾਡੇ ਕੋਲ, ਤੁਹਾਡਾ ਕਮੈਂਟ ਆ ਗਿਆ ਸਰ। ਹਰਜੀਤ ਗਰੇਵਾਲ ਜੀ, ਬੀਜੇਪੀ ਇਸ ਨੂੰ ਕਿਵੇਂ ਦੇਖਦੀ ਹੈ? ਹੁਣ ਦੋ ਚੀਜ਼ਾਂ ਹੋ ਗਈਆਂ ਇੱਥੇ। ਇੱਕ ਪਾਸੇ ਤਾਂ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਆਪਾਂ ਚਰਚਾ ਕਰ ਰਹੇ ਹਾਂ, ਦੂਜੇ ਪਾਸੇ ਐਸਜੀਪੀਸੀ ਦੇ ਇਲੈਕਸ਼ਨ ਨੂੰ ਲੈ ਕੇ ਵੀ ਸਵਾਲ ਹੈ, ਔਰ ਸਵਾਲ ਫਿਰ ਸੈਂਟਰ ਵਾਲੇ ਪਾਸੇ ਚਲਿਆ ਜਾਂਦਾ ਕਿ ਐਸਜੀਪੀਸੀ ਦੇ ਇਲੈਕਸ਼ਨ ਕਿਉਂ ਨਹੀਂ ਹੋ ਰਹੇ। ਪਹਿਲੀ ਗੱਲ ਤਾਂ ਇਹ ਕਿੰਗਰਾ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਲੀਗਲ ਗੱਲਾਂ ਦੱਸੀਆਂ ਨੇ, ਔਰ ਜਿਹੜੀ ਸਹਿਜਧਾਰੀ ਸਿੱਖ ਫੈਡਰੇਸ਼ਨ ਸੀ ਉਸ ਨੂੰ ਸਟੇ ਮਿਲ ਗਿਆ ਸੀ 5 ਸਾਲ। ਇਸ ਕਮੇਟੀ ਜਿਹੜੀ ਆ ਇਸ ਨੇ ਕੰਮ ਨਹੀਂ ਕੀਤਾ ਤੇ ਇਹਨੂੰ ਕੰਮ ਕਰਨ ਦਾ ਅਧਿਕਾਰ ਨਹੀਂ ਸੀ ਅਦਾਲਤ ਦੀ ਤਰਫੋਂ, ਤੇ ਉਹ 5 ਸਾਲ ਉਸ ਤੋਂ ਅੱਗੇ ਮਿਲੇ। ਤੇ ਹੁਣ ਠੀਕ ਆ, ਉਹ ਟੈਨਰ ਖਤਮ ਹੋ ਚੁੱਕਿਆ ਤੇ ਹੁਣ ਚੋਣਾਂ ਹੋਣੀਆਂ ਚਾਹੀਦੀਆਂ ਨੇ, ਤੇ ਅਸੀਂ ਵੀ ਇਸ ਦੇ ਬਾਰੇ 'ਚ ਗੱਲ ਕਰ ਰਹੇ ਹਾਂ। ਤੇ ਬਾਕੀ ਵੀ ਦੂਸਰੀ ਗੱਲ ਜਿਹੜੀ ਆ, ਜਿਹੜਾ ਪੰਜਾਬੀ ਨੇ, ਜਿਹੜੇ ਸਿੱਖ ਸੰਗਤਾਂ ਨੇ, ਉਹ ਸਾਰੇ ਚਾਹੁੰਦੇ ਆ ਕਿ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਧਰਮ ਦਾ ਪ੍ਰਚਾਰ ਹੋਵੇ ਉਨਾ ਅੱਛਾ। ਕਾਨੂੰਨ ਕੀ ਕਹਿੰਦਾ ਉਹ ਅਲੱਗ ਗੱਲ ਆ, ਇਹਦੇ 'ਚ ਕੰਡੀਸ਼ਨਸ ਤੈਅ ਕੀਤੀਆਂ ਜਾ ਸਕਦੀਆਂ ਨੇ। ਇੱਕ ਤਾਂ ਇਹ ਇਲਜ਼ਾਮ ਲਗਾਉਂਦੇ ਸੀ ਵੀ ਜਿਹੜੇ ਦੂਸਰੇ ਚੈਨਲ ਸੀ ਉਹ ਅਸ਼ਲੀਲ ਇਸ਼ਤਿਹਾਰਬਾਜ਼ੀ ਕਰਦੇ ਸੀ ਨਾਲ, ਤੇ ਉਹਦੇ ਪੈਸੇ ਕਮਾਉਂਦੇ ਸੀ, ਉਹਦੇ ਤੇ ਰੋਕ ਲਾਈ ਜਾ ਸਕਦੀ ਆ। ਔਰ ਜਿਹੜੇ ਚੈਨਲ ਨੂੰ ਰਾਈਟਸ ਦਿੱਤੇ ਜਾਣ, ਉਹ ਚੈਨਲ ਜਿਹੜਾ ਹੈਗਾ ਉਸ ਤੋਂ ਅੱਗੇ ਬਾਕੀਆਂ ਨੂੰ ਵੀ ਉਸ ਦਾ ਅਧਿਕਾਰ ਦੇਵੇ, ਇਹ ਉਹਦੇ 'ਚ ਤੈਅ ਕੀਤਾ ਜਾ ਸਕਦਾ ਜਿਹੜੀਆਂ ਕੰਡੀਸ਼ਨਸ ਹੋਣ। ਔਰ ਪ੍ਰਚਾਰ ਤੇ ਪ੍ਰਸਾਰ ਹੋਣਾ ਚਾਹੀਦਾ। ਇਸ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਰਾਏ ਆ ਉਹ ਬਿਲਕੁਲ ਦਰੁਸਤ ਆ, ਠੀਕ ਆ, ਇਹ ਹੋਣਾ ਚਾਹੀਦਾ। ਸਾਰੇ ਹੀ ਪੰਜਾਬੀ, ਸਾਰੇ ਹੀ ਸਿੱਖ ਇਸ ਦੇ ਹੱਕ 'ਚ ਨੇ, ਔਰ ਕਿਸੇ ਦੇ ਉੱਪਰ ਇਸ ਤਰ੍ਹਾਂ ਦਾ ਇਹਨੂੰ ਇਹ ਨਾ ਸਮਝਿਆ ਜਾਵੇ ਕਿ ਸ਼੍ਰੋਮਣੀ ਕਮੇਟੀ ਤੇ ਕੋਈ ਹਮਲਾ, ਉਹਨਾਂ ਦੇ ਅਧਿਕਾਰਾਂ ਤੇ ਕੋਈ ਹਮਲਾ ਨਹੀਂ ਹੈ ਇਹ। ਪਰ ਉਹਨਾਂ ਨੂੰ ਵੀ ਇਹ ਸਾਂਝੀ ਵਾਲਤਾ ਦੀ ਗੁਰਬਾਣੀ ਆ, ਇਹ ਸਾਰਿਆਂ ਨੇ ਸੁਣਨੀ ਆ। ਕਿਸੇ ਇੱਕ ਨੂੰ ਐਸਾ ਅਧਿਕਾਰ ਦੇ ਦਿਓ ਉਹ ਆਪਣੇ ਤਰੀਕੇ ਨਾਲ ਅੱਗੇ ਪੈਸੇ ਕਮਾਉਣ ਲੱਗ ਜੇ, ਪੈਸੇ ਕਮਾਉਣ ਦਾ ਧੰਦਾ ਨਹੀਂ ਹੈ। ਔਰ ਇਹਦੇ 'ਚ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਕਿਸੇ ਚੈਨਲ ਦਾ ਵੀ। ਔਰ ਜਿਸ ਤਰ੍ਹਾਂ ਨਾਲ ਪਿਛਲੇ ਸਮੇਂ 'ਚ ਪੰਜਾਬ 'ਚ ਕੰਮ ਚੱਲਿਆ ਉਹ ਨਹੀਂ ਚੱਲਣਾ ਚਾਹੀਦਾ ਸੀ। ਅਸੀਂ ਵੀ ਸਾਰੇ ਇਸ ਚੀਜ਼ ਦੇ ਹੱਕ 'ਚ ਹਾਂ। ਇਸੇ ਲਈ ਗੁੱਸਾ ਜਿਹੜਾ ਹੈਗਾ ਬਾਦਲ ਪਰਿਵਾਰ ਦੇ ਖਿਲਾਫ, ਅਕਾਲੀ ਦਲ ਦੇ ਖਿਲਾਫ ਜ਼ਿਆਦਾ ਹੈਗਾ, ਕਿਉਂਕਿ ਸ਼੍ਰੋਮਣੀ ਕਮੇਟੀ ਦਾ ਪੂਰਾ ਕਬਜ਼ਾ ਹੀ ਅਕਾਲੀ ਦਲ ਦਾ। ਤੇ ਇਸ ਲਈ ਇਹ ਪੰਜਾਬੀ ਜਿਹੜੇ ਆ ਉਹ ਨਹੀਂ ਚਾਹੁੰਦੇ ਹੈਗੇ। ਤੇ ਸਾਨੂੰ ਇਹ ਮੁੱਖ ਮੰਤਰੀ ਜਿਹੜੀਆਂ ਗੱਲਾਂ ਕਰਦੇ ਨੇ ਉਹ ਲੋਕਾਂ ਤੋਂ ਜਿਹੜੀ ਉਹਨਾਂ ਨੂੰ ਫੀਡਬੈਕ ਮਿਲਦੀ ਆ ਉਹ ਗੱਲ ਉਹ ਕਰਦੇ ਨੇ, ਤੇ ਉਹਦੇ 'ਚ ਸਾਨੂੰ ਹਰ ਗੱਲ 'ਚ ਹੀ ਵਿਰੋਧ ਕਰਨਾ ਕਿ ਵੀ ਸਾਡੀ ਦੂਸਰੀ ਪਾਰਟੀ ਆ, ਸਾਡੀ ਅਲੱਗ ਪਾਰਟੀ ਆ, ਅਸੀਂ ਇਹਨਾਂ ਦੇ ਵਿਰੋਧੀ ਆ। ਪਰ ਜਿਹੜੀ ਗੱਲ ਕੋਈ ਵਿਅਕਤੀ ਠੀਕ ਕਰੇ ਉਸ ਦੇ ਬਾਰੇ ਤਾਂ ਠੀਕ ਜ਼ਰੂਰ ਕਹਿਣਾ ਚਾਹੀਦਾ। ਕਿੰਗਰਾ ਜਿਹੜਾ ਕਾਂਗਰਸ ਦਾ ਵਿਚਾਰ ਆ ਉਹ ਕਿੰਗਰਾ ਸਾਹਿਬ ਦਾ ਉਹਨਾਂ ਤੋਂ ਅਲੱਗ ਆ, ਉਹ ਅਲੱਗ ਗੱਲ ਆ। ਪਰ ਉਹਨਾਂ ਨੇ ਕਾਨੂੰਨੀ ਗੱਲ ਕੀਤੀ ਹੈ ਕਿਉਂਕਿ ਉਹ ਗਵਰਨਮੈਂਟ ਸਰਵਿਸ 'ਚ ਵੀ ਰਹੇ ਨੇ ਔਰ ਐਡਮਿਨਿਸਟ੍ਰੇਟਿਵ ਸਰਵਿਸ 'ਚ ਰਹੇ ਨੇ, ਇਸ ਕਰਕੇ ਉਹਨਾਂ ਨੂੰ ਜ਼ਿਆਦਾ ਇਹਨਾਂ ਚੀਜ਼ਾਂ ਦਾ ਧਿਆਨ ਆ ਤੇ ਉਹਨਾਂ ਨੇ ਉਸ ਤਰੀਕੇ ਨਾਲ ਗੱਲ ਕੀਤੀ ਆ। ਪਰ ਪੰਜਾਬ ਦੇ ਲੋਕ ਮੁੱਖ ਮੰਤਰੀ ਦੀ ਗੱਲ ਨਾਲ ਸਹਿਮਤ ਨੇ, ਸਿੱਖ ਸਹਿਮਤ ਨੇ। ਜੇ ਬਹੁਤ ਤੁਸੀਂ ਸਰਵੇ ਕਰੋ ਤਾਂ ਤੁਹਾਡੇ ਸਾਹਮਣੇ ਆਏਗਾ, ਇਹ ਮੈਂ ਪੂਰੇ ਜ਼ੋਰ ਨਾਲ ਅੱਜ ਕਹਿਣਾ। ਠੀਕ ਹੈ ਨਾ ਗੱਲ? ਠੀਕ ਹੈ, ਚਲੋ ਇੱਕ ਚੀਜ਼ ਬੜੀ ਕਲੀਅਰ ਹੈ ਕਿ ਤੁਸੀਂ ਖੁੱਲ ਕੇ ਕਹਿ ਰਹੇ ਹੋ ਕਿ ਜੋ ਸੀਐਮ ਦੀ ਲਾਈਨ ਹੈ ਉਹ ਲਾਈਨ ਆਮ ਲੋਕਾਂ ਦੀ ਵੀ ਹੈ। ਚਾਵਲਾ ਜੀ ਤੱਕ ਉਮੀਦ ਹੈ ਮੇਰੀ ਆਵਾਜ਼ ਪਹੁੰਚ ਰਹੀ ਹੋਏਗੀ। ਚਾਵਲਾ ਜੀ, ਮੇਰੀ ਆਵਾਜ਼ ਆ ਰਹੀ ਹੈ? ਹਾਂਜੀ, ਆ ਰਹੀ ਜੀ, ਆ ਰਹੀ। ਠੀਕ ਹੈ ਸਰ, ਹੁਣ ਹੋਪਫੁਲੀ ਤੁਸੀਂ ਸਾਰੇ ਸਵਾਲਾਂ ਦਾ ਜਵਾਬ ਦਿਓਗੇ। ਅਹਿਬਾਬ ਗਰੇਵਾਲ ਜੀ ਵੀ ਵੇਟ ਕਰ ਰਹੇ ਨੇ ਬਹੁਤ ਦੇਰ ਦੇ। ਪਰ ਜੋ ਬੀਜੇਪੀ ਕਹਿਣਾ ਚਾਹ ਰਹੀ ਹੈ ਤੇ ਇਨਫੈਕਟ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਦਾ ਸਮਰਥਨ ਵੀ ਸੀਐਮ ਦੀ ਸਟੇਟਮੈਂਟ ਨੂੰ ਮਿਲਿਆ। ਗਰੇਵਾਲ ਜੀ ਕਹਿੰਦੇ ਕਿ ਇਹ ਲੋਕਾਂ ਦੀ ਰਾਏ ਹੈ ਕਿ ਤੁਸੀਂ ਨਹੀਂ ਸੀਮਿਤ ਕਰ ਸਕਦੇ, ਲੋਕਾਂ ਤੱਕ ਪਹੁੰਚੇ ਗੁਰਬਾਣੀ ਦਾ ਪ੍ਰਸਾਰਣ ਔਰ ਉਸ ਦੇ ਉੱਤੇ ਕੋਈ ਰੋਕ ਟੋਕ ਨਾ ਹੋਵੇ। ਦੇਖੋ, ਮੈਂ ਸਮਝਦਾ ਕਿ ਤੁਸੀਂ ਗੱਲ ਚੈਨਲ ਤੇ ਕੀਤੀ ਆ, ਕਿੰਗਰਾ ਸਾਹਿਬ ਵੀ ਲੋਕਾਂ ਵਿੱਚੋਂ ਹੀ ਆਉਂਦੇ ਆ। ਕਿੰਗਰਾ ਸਾਹਿਬ ਮੰਨ ਲਓ ਕਾਂਗਰਸ ਪਾਰਟੀ ਦਾ ਵਿਚਾਰ ਨਹੀਂ ਦੇ ਰਹੇ ਜੀ, ਲੇਕਿਨ ਇਹ ਤਾਂ ਪੰਜਾਬ ਦੇ ਵਾਸੀ ਨੇ, ਉਹ ਪੰਜਾਬ ਦੇ ਵਿੱਚੋਂ ਆ, ਲੋਕਾਂ ਦੇ ਵਿੱਚੋਂ, ਔਰ ਬੜੇ ਨੁਮਾਇੰਦੇ ਨੇ ਕਿਸੇ ਪਾਰਟੀ ਦੇ, ਕਿਸੇ ਗਰੁੱਪ ਦੇ, ਕਿਸੇ ਲੋਕਾਂ ਦੇ, ਉਹਨਾਂ ਦੇ ਕਿਸੇ ਦੇ ਨੁਮਾਇੰਦੇ ਨੇ। ਤਾਂ ਹੀ ਪਾਰਟੀ ਨੇ ਉਹਨਾਂ ਨੂੰ ਇਸ ਪੋਜੀਸ਼ਨ ਤੇ ਬਿਠਾਇਆ ਕਿ ਉਹ ਪਾਰਟੀ ਦੇ ਬੁਲਾਰੇ ਵਜੋਂ ਅੱਜ ਸਾਡੇ ਵਿੱਚ ਸ਼ਾਮਲ ਹੋਏ ਜੀ।
ਇਸ ਵਾਸਤੇ ਇਹ ਜਿਹੜੀ ਗੱਲ ਕਹਿਣੀ ਕਿ ਲੋਕਾਂ ਦਾ ਵਿਚਾਰ, ਪੰਜਾਬ ਦੇ ਲੋਕਾਂ ਦਾ ਵਿਚਾਰ ਹੈ, ਇਹ ਬਿਲਕੁਲ ਹੀ ਗਲਤ ਹੈ। ਦੇਖੋ ਇਹ ਗੱਲ ਅੱਜ ਦੀ ਨਹੀਂ, 2008 ਦੇ ਵਿੱਚ ਵੀ ਜਿਹੜੀ ਗੱਲ ਕਿੰਗਰਾ ਸਾਹਿਬ ਨੇ ਕਹੀ, ਮੈਂ ਉਹਦੀ ਗੱਲ ਕਰਦਾ ਜੀ। 2008 ਵਿੱਚ ਕਿਸੇ ਨੇ ਹਾਈ ਕੋਰਟ ਦੇ ਰਿਟ ਪਾਈ ਸੀ ਜੀ ਕਿ ਜਿਹੜੇ ਚੈਨਲ ਦੇ ਰਾਈਟ ਆ ਇਹ ਸਾਰਿਆਂ ਨੂੰ ਮਿਲਣੇ ਚਾਹੀਦੇ ਆ। ਉਹ ਜਿਹੜੇ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਕਿ ਜਿਹੜਾ SGPC ਹੈ ਉਹ ਲੋਕਾਂ ਦੀ ਚੁਣੀ ਹੋਈ ਜਮਾਤ ਹੈ। ਹਰਿਮੰਦਰ ਸਾਹਿਬ ਦਾ ਅਤੇ ਸਾਰੇ ਜਿਹੜੇ ਵੱਡੇ ਗੁਰਧਾਮ ਆ ਉਹਨਾਂ ਦਾ ਪ੍ਰਬੰਧ SGPC ਕੋਲ ਹੈ। ਠੀਕ ਹੈ। ਤੇ SGPC ਜਿਹੜਾ ਇਹਦੇ ਬਾਰੇ ਫੈਸਲਾ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਦਾ ਉਹ ਲੈ ਸਕਦੀ ਹੈ। ਠੀਕ ਹੈ। ਇਹ ਫੈਸਲਾ ਇੱਕ ਨੂੰ ਦੇਣਾ ਕਿ 100 ਨੂੰ ਦੇਣਾ, ਇਹ ਉਹਨਾਂ ਨੇ ਦੇਖਣਾ। ਉਹ ਇੱਕਦਮ ਮਹਿਸੂਸ ਕਰਦੇ ਆ ਕਿ ਇੱਕ ਨੂੰ ਕੰਟਰੋਲ ਕਰਨਾ ਸੌਖਾ, 100 ਨੂੰ ਕੰਟਰੋਲ ਕਰਨਾ ਔਖਾ। ਗੁਰਬਾਣੀ ਦੇ ਇਕੱਲਾ ਮਸਲਾ ਪ੍ਰਚਾਰ ਦਾ ਨਹੀਂ, ਉਹਦੇ ਵਿੱਚ ਮਰਜ਼ਾਦਾ ਦਾ ਮਸਲਾ ਨਾਲ ਜੁੜ ਜਾਂਦਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਜ਼ਾਦਾ ਦਾ ਮਸਲਾ ਨਾਲ ਜੁੜ ਜਾਂਦਾ। ਤੇ ਮੋਰ ਓਵਰ ਸਾਰੇ ਵਰਲਡ ਦੇ ਵਿੱਚ ਜੀ ਇਸ ਵੇਲੇ ਗੁਰਬਾਣੀ ਦਾ ਪ੍ਰਚਾਰ ਹੋ ਰਿਹਾ ਜੀ। ਸਾਰੇ ਘਰ ਘਰ ਤੱਕ ਟੀਵੀ ਲੱਗੇ। ਮੈਨੂੰ ਦੱਸੋ ਕਿਹੜਾ ਮੁਲਕ ਹੈ ਤੇ ਕਿਹੜਾ ਦੇਸ਼ ਹੈ, ਕਿਹੜਾ ਉਹ ਕਹਿੰਦੇ ਫੀਸ ਦੇਣੀ ਪੈਂਦੀ ਹੈ ਨਾ, ਫੀਸ ਦੇਣੀ ਪੈਂਦੀ ਹੈ। ਇਹੀ ਤਾਂ ਕਹਿ ਰਹੇ ਨੇ, CM ਕਹਿ ਰਹੇ ਨੇ। ਇਨਫੈਕਟ ਅਹਿਬਾਬ ਸਿੰਘ ਗਰੇਵਾਲ ਜੀ ਸਾਡੇ ਨਾਲ ਬੈਠੇ ਨੇ, ਉਹ ਵੀ ਗੱਲ ਕਹਿ ਰਹੇ ਨੇ। ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਜੀ, ਕੱਲ ਨੂੰ ਟੀਵੀ ਦੇ ਉੱਤੇ ਜੋ ਕੁਝ ਵੀ ਚੱਲਦਾ ਉਹ ਤੁਹਾਨੂੰ ਕਿਸੇ ਨਾ ਕਿਸੇ ਡਿਸ਼ ਦੇ ਰਾਹੀਂ, ਕਿਸੇ ਨਾ ਕਿਸੇ ਕੇਬਲ ਨੈਟਵਰਕ ਦੇ ਰਾਹੀਂ ਮਿਲਣਾ ਹੈ। ਇਹਦੇ ਲਈ ਜਿਹੜਾ SGPC ਕੋਈ ਪੈਸਾ ਨਹੀਂ ਤੇ ਲੋਕਾਂ ਤੋਂ ਨਹੀਂ ਵਸੂਲਦੀ। ਚੈਨਲ ਦੇ ਵਿੱਚ ਜਿਵੇਂ ਹੁਣ ਇਹਨਾਂ ਨੇ ਗੱਲ ਕਹੀ ਹੈ ਕਿ ਉਹ ਚੈਨਲ ਨੂੰ ਕਹਿਣਗੇ ਕਿ ਜਿਹੜਾ ਵੱਧ ਤੋਂ ਵੱਧ ਜਿਹੜਾ ਕੋਈ ਡੋਨੇਸ਼ਨ ਦੇ ਸਕਦਾ, ਇਹ ਗੁਰਬਾਣੀ ਨੂੰ ਪ੍ਰਚਾਰ ਕਰਦਾ। ਅਸੀਂ ਪੈਸਾ ਨਹੀਂ ਦਿੰਦੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਪ੍ਰਚਾਰ ਕਰਦੀ ਹੈ, ਬੰਗਲਾ ਸਾਹਿਬ ਤੋਂ ਕਥਾ ਹੁੰਦੀ ਹੈ, ਸੀਸਗੰਜ ਤੋਂ ਕਥਾ ਹੁੰਦੀ ਹੈ, ਦੋ ਵੱਡੀਆਂ, ਉਹਨਾਂ ਦੇ ਪੈਸੇ ਦਿੱਤੇ ਜਾਂਦੇ ਆ। ਜਿਹੜਾ ਆਪਣਾ ਹੈਗਾ ਪਟਨਾ ਸਾਹਿਬ ਦਾ ਸਥਾਨ, ਉਹ ਜਿੰਨਾ ਵੀ ਪ੍ਰਚਾਰ ਉਹਨਾਂ ਦਾ ਚੱਲਦਾ ਸਵੇਰ ਤੇ ਸ਼ਾਮ ਦਾ, ਉਹ ਪੈਸੇ ਦਿੰਦੇ ਆ। ਸਾਰੇ ਚੈਨਲ ਉਹਦੇ ਚਾਹੇ ਈਵਨ ਜਿੰਨੇ ਵੀ ਵੱਡੇ ਛੋਟੇ ਗੁਰਦੁਆਰੇ ਸ਼ਹਿਰਾਂ ਦੇ ਆ ਉਹਨਾਂ ਦੇ ਨਿਊਜ਼ ਚੈਨਲ ਨਹੀਂ। ਚਾਵਲਾ ਜੀ, ਲੋਕ ਸਮਝ ਨਹੀਂ ਪਾ ਰਹੇ ਕਿ ਤੁਸੀਂ ਆਪਣੇ ਫੈਸਲੇ ਨੂੰ ਡਿਫੈਂਡ ਕਰ ਰਹੇ ਹੋ ਕਿ ਮਤਲਬ ਕਲੀਅਰ ਕਰੋ ਗੱਲ ਨੂੰ ਨਾ। CM ਇਹ ਕਹਿਣਾ ਚਾਹ ਰਹੇ ਨੇ ਕਿ ਤੁਸੀਂ ਫ੍ਰੀ ਟੂ 에ਅਰ ਕਰ ਦਿਓ। ਹੁਣ ਪੁਆਇੰਟ ਨੰਬਰ 2 ਦੂਸਰਾ ਜਿਹੜਾ ਤੁਸੀਂ ਗੱਲ ਕੀਤੀ ਕਿ ਮਰਿਆਦਾ ਦਾ ਧਿਆਨ ਰੱਖਣਾ ਹੈ, ਤਾਂ ਇੱਕ ਗਾਈਡਲਾਈਨਸ ਬਣਾ ਦਿਓ। 10 ਪੁਆਇੰਟ 20 ਪੁਆਇੰਟਸ ਕੀ ਇੱਕ ਗਾਈਡਲਾਈਨਸ ਬਣ ਗਈਆਂ ਕਿ ਜੇਕਰ ਕਿਸੇ ਚੈਨਲ ਦੇ ਉੱਪਰ, ਉਹ ਚਾਹੇ ਵੈਬ ਚੈਨਲ ਹੋਵੇ ਚਾਹੇ ਸੈਟੇਲਾਈਟ ਚੈਨਲ ਹੋਵੇ, ਜੇਕਰ ਉਹ ਪ੍ਰਸਾਰਣ ਕਰਦੇ ਹੋ ਤਾਂ ਇਸ ਤਰੀਕੇ ਨਾਲ ਉਹਨਾਂ ਨੂੰ ਇਹ ਸਾਰੀ ਮਰਿਆਦਾ ਦਾ ਧਿਆਨ ਰੱਖਣਾ ਹੋਏਗਾ। ਨਹੀਂ ਰੱਖੋਗੇ ਤਾਂ ਫਿਰ ਤੁਹਾਡੇ ਤੇ ਐਕਸ਼ਨ ਹੋਏਗਾ। ਗੌਰਵ ਜੀ ਮੇਰੀ ਸੁਣੋ ਬੇਨਤੀ, ਅੱਜ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ, SGPC ਨਾਲ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ। ਇਹ ਲੋਕਾਂ ਦੀ ਗੱਲ ਨੂੰ ਨਾ ਤੁਸੀਂ ਸੁਣੋ। SGPC ਦਾ ਸਭ ਜਗ੍ਹਾ ਕੀਰਤਨ ਜਾ ਰਿਹਾ, ਲੋਕ ਬਿਲਕੁਲ ਸਵੇਰੇ ਸ਼ਾਮ ਬੜੇ ਕੀਰਤਨ ਦਾ ਆਨੰਦ ਲੈਂਦੇ ਆ। ਠੀਕ ਹੈ, ਤੁਹਾਨੂੰ ਲੱਗਦਾ ਕਿ ਸਿਰਫ ਆਮ ਆਦਮੀ ਪਾਰਟੀ ਵਾਲਿਆਂ ਨੂੰ, ਮੁੱਖ ਮੰਤਰੀ ਨੂੰ ਪ੍ਰੋਬਲਮ ਹੈ? ਇਹ ਆਮ ਆਦਮੀ ਪਾਰਟੀ ਵਾਲਿਆਂ ਨੂੰ ਪ੍ਰੋਬਲਮ ਹੈ। ਜਿਹੜਾ ਹੁਣੇ ਮਾਰੇ ਵੱਡੇ ਵੀਰ ਗਰੇਵਾਲ ਸਾਹਿਬ ਨੇ ਗੱਲ ਕਹੀ, ਹਰਜੀਤ ਸਿੰਘ ਨੇ, ਬਈ ਇਹ ਅਸੀਂ ਉਹਨਾਂ ਦੀ ਗੱਲ ਨਾਲ ਸਹਿਮਤ ਆ, ਮੁੱਖ ਮੰਤਰੀ ਦੀ ਗੱਲ ਨਾਲ। ਕਿਉਂਕਿ ਅੱਜ ਕੱਲ ਇਹਨਾਂ ਦਾ ਮੁੱਖ ਮੰਤਰੀ ਨਾਲ BJP ਦਾ ਜਿਹੜੇ ਕਹਿੰਦੇ ਨਾ ਕਿ BJP ਤੇ ਅਕਾਲੀ ਦਲ ਇਹਨਾਂ ਦੇ ਪੁਰਾਣੇ ਭਾਈਵਾਲ ਆ, ਲੇਕਿਨ ਇਹ ਅੱਜ ਕੱਲ ਨਵੇਂ ਭਾਈਵਾਲ ਦੇ ਨਵੇਂ ਭਾਈਵਾਲਾਂ ਦੀ ਗੱਲ ਕਰੀਏ, ਪੁਰਾਣਿਆਂ ਦੀ ਨਾ ਕਰੀਏ। ਠੀਕ ਹੈ, ਚਲੋ ਆਪਾਂ ਜਵਾਬ ਲੈ ਲਈਏ। ਤੁਹਾਡੀ ਗੱਲ ਆ ਗਈ ਸਰ। ਮੈਂ ਮਸਤੂਆਣਾ ਸਾਹਿਬ ਵਾਲੇ ਮੁੱਦੇ ਤੇ ਵੀ ਤੁਹਾਡੇ ਤੋਂ ਸਵਾਲ ਕਰਨਾ ਹੈ। ਅਹਿਬਾਬ ਗਰੇਵਾਲ ਜੀ, ਪਹਿਲਾਂ ਕਿੰਗਰਾ ਜੀ ਦਾ ਜਵਾਬ। ਸਰ, ਐਕਸਕਲੂਸਿਵਲੀ ਮਹਾਤਮਾ ਕੋਲ ਸੀਗੇ ਗੁਰਦੁਆਰੇ। ਜਦੋਂ ਗੁਰਦੁਆਰਾ ਸੁਧਾਰ ਲਿਆ ਚਦੀ ਪੰਡਿਤ ਨਹਿਰੂ ਡਿਸਕਵਰੀ ਆਫ ਇੰਡੀਆ ਲਿਖਦੇ ਆ ਕਿ ਸੱਤਿਆਗ੍ਰਹਿ ਜੋ ਅਕਾਲੀਆਂ ਨੇ ਕੀਤਾ ਕਿਆ ਬਾਤ ਸੀ। ਪਹਿਲੀ ਗੱਲ, ਗੁਰਦੁਆਰੇ ਸ਼ਰਾਬ ਗੁਰਬਾਣੀ ਸਰ ਸਪੋਰਟਸ ਨਹੀਂ ਹੁੰਦੀ ਸਰ। ਗੁਰਬਾਣੀ ਦੇ ਸਪੋਰਟਸ ਦਾ ਬਾਣੀ ਨੂੰ ਆਪਾਂ ਕਾਮਨਵੈਲਥ ਓਲੰਪਿਕਸ ਜਾਂ ਫੁੱਟਬਾਲ ਹਾਕੀ ਨਾਲ ਨਹੀਂ ਮੈਚ ਕਰ ਸਕਦੇ। ਐਂਡ ਯੂ ਵਰ ਅ ਬਿਊਰੋਕਰੈਟ ਐਂਡ ਗੁੱਡ ਬਿਊਰੋਕਰੈਟ ਆਈ ਬਿਲੀਵ, ਬਟ ਇਸ ਨੂੰ ਕਮੈਂਟ ਕਰਨ ਦਾ ਰਾਈਟ ਨਹੀਂ ਪੋਲੀਟੀਸ਼ੀਅਨ ਤੇ। ਕਮੇਡੀਅਨ ਹੈ ਕਿ ਪੋਲੀਟੀਸ਼ੀਅਨ, ਅਗਲਾ ਮੁੱਖ ਮੰਤਰੀ ਬਣਿਆ, ਅਗਲੇ ਦਾ ਰਾਈਟ ਹੈ। ਪੰਜਾਬ ਦੇ ਲੋਕਾਂ ਨੇ ਮੋਹਰ ਲਾਈ ਹੈ। ਪਹਿਲੀ। ਦੂਜੀ ਸਰ, ਕਾਂਗਰਸ ਸਿੱਖ ਮਾਮਲਿਆਂ ਬਾਰੇ ਗੱਲ ਨਾ ਕਰੇ। ਰਾਹੁਲ ਜੀ ਆਏ ਸੀ, ਪੱਗ ਬੰਨੀ ਸੀ, ਮੱਥਾ ਟੇਕਿਆ ਸੀ, ਮਾਫੀ ਮੰਗ ਲੈਂਦੇ ਤੇ ਸਾਹਿਬ, ਚਲੋ ਕੋਈ ਗੱਲ ਨਹੀਂ। ਹੁਣ ਰਹੀ SGPC ਲੋਕਾਂ ਦੀ ਚੁਣੀ ਹੋਈ ਜਮਾਤ। ਐਗਜ਼ੈਕਟਲੀ ਮਾਈ ਪੁਆਇੰਟ। 5 ਸਾਲ ਬਾਅਦ ਚੁਣਨੀ ਚਾਹੀਦੀ ਸੀ। 15 ਸਾਲ ਹੋ ਚੱਲੇ, ਉਹ ਜਮਾਤ ਨਹੀਂ ਚੁਣੀ ਜਾ ਰਹੀ। ਬਹੁਤ ਵਧੀਆ ਚੱਲ ਰਿਹਾ, ਗੁਰਬਾਣੀ ਦਾ ਪ੍ਰਸਾਰ ਸਾਰੇ ਪਾਸੇ ਚੱਲ ਰਿਹਾ, ਸਭ ਸੁਣ ਰਹੇ ਨੇ। ਅਸੀਂ $54 ਪਰ ਮੰਥ ਲੈ ਰਹੇ ਹਾਂ, ਬਹੁਤ ਵਧੀਆ ਚੱਲ ਰਿਹਾ। ਸਭ ਦਾ ਸਰ
ਵਧੀਆ ਚੱਲ ਰਿਹਾ। ਮੈਂ ਤੁਹਾਨੂੰ ਕੀ ਕਹਿ ਰਿਹਾ, ਗੱਲ ਇਹ ਹੈ ਕਿ ਐਸਜੀਪੀਸੀ ਦਾ ਲੋਕਾਂ ਨੂੰ ਮਤਲਬ ਨਹੀਂ ਰਿਹਾ। ਅਹਿਬਾਬ ਜੀ ਦੇਖੋ ਪੁਆਇੰਟ ਇਹ ਹੈ ਕਿ ਉਹ ਕਹਿੰਦੇ ਕਿ ਸਿਰਫ ਤੁਹਾਨੂੰ ਪ੍ਰੋਬਲਮ ਹੈ, ਹੋਰ ਕਿਤੇ ਕੋਈ ਪ੍ਰੋਬਲਮ ਨਹੀਂ ਹੈ, ਕਿ ਐਸਜੀਪੀਸੀ ਜੋ ਕੰਮ ਕਰ ਰਹੀ ਹੈ, ਜੋ ਪ੍ਰਚਾਰ ਕਰ ਰਹੀ ਹੈ, ਜੋ ਪ੍ਰਚਾਰ ਹੋ ਰਿਹਾ ਹੈ, ਗੁਰਬਾਣੀ ਦਾ ਪ੍ਰਸਾਰਣ ਹੈ, ਦੁਨੀਆ ਭਰ ਚ ਲੋਕ ਸੰਗਤ ਦੇਖ ਰਹੀ ਹੈ, ਪ੍ਰੋਬਲਮ ਸਿਰਫ ਤੁਹਾਨੂੰ ਹੈ। ਪ੍ਰੋਬਲਮ ਇਹ $54 ਮਹੀਨੇ ਦੇ ਲੈ ਕੇ ਹੋ ਰਿਹਾ ਜੀ। ਅਸੀਂ ਤਾਂ ਇੱਕ ਗੱਲ ਕਹਿੰਦੇ ਕਿ ਗੁਰੂ ਦੀ ਬਾਣੀ ਲੋਕਾਂ ਕੋ ਤਾਂ ਪਹੁੰਚਾ ਦਿਓ, ਸਿੱਖ ਆਬਾਦੀ ਘਟੀ ਜਾਂਦੀ ਹੈ, ਤੁਹਾਡੇ ਪ੍ਰਚਾਰ ਨਹੀਂ। ਠੀਕ ਹੈ, ਆਪਾਂ ਜਵਾਬ ਲੈ ਲੈਣੇ ਸਰ, ਜਵਾਬ ਲੈ ਲੈਣੇ, ਥੋੜਾ ਛੋਟਾ ਰੱਖੋ ਜਵਾਬ, ਮੈਂ ਬਾਰ-ਬਾਰ ਆ ਪਾਉਂਗਾ। ਗਰੇਵਾਲ ਜੀ ਔਰ ਕਿੰਗਰਾ ਜੀ ਦੇ ਕੋਲ ਵੀ ਜਾਣਾ। ਚਾਵਲਾ ਜੀ ਜਵਾਬ ਦੇ ਦਿਓ। ਕਹਿੰਦੇ ਕਿ ਪ੍ਰੋਬਲਮ ਇਹੀ ਹੈ ਨਾ ਕਿ ਜੇ ਸਾਨੂੰ ਪੈਸੇ ਦੇਣੇ ਪੈਂਦੇ ਨੇ, ਜਿਹੜੇ ਵਿਦੇਸ਼ਾਂ 'ਚ ਬੈਠੇ ਨੇ $54 ਦੇਣੇ ਪੈਂਦੇ ਨੇ ਉਹਨਾਂ ਨੂੰ, 5-5 ਹਜ਼ਾਰ ਰੁਪਏ ਦੇ ਕਰੀਬ। ਤੁਹਾਡੀ ਆਵਾਜ਼ ਨਹੀਂ ਆ ਰਹੀ ਸਰ, ਸ਼ਾਇਦ ਤੁਸੀਂ ਮਿਊਟ ਕੀਤਾ ਹੋਇਆ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਨੂੰ ਇਹ ਦੱਸ ਦੇਣ ਜੀ ਕਿ ਐਸਜੀਪੀਸੀ ਕਿਹੜਾ ਪੈਸਾ ਲੈ ਰਹੀ ਹੈ। ਐਸਜੀਪੀਸੀ ਦੇ ਕੋਈ ਸਰ ਕਿਤੇ ਤਾਂ ਜਾ ਰਿਹਾ ਨਾ ਪੈਸਾ। ਨਹੀਂ ਚਾਵਲਾ ਜੀ ਦੇਖੋ, ਤੁਸੀਂ ਕਹਿ ਰਹੇ ਹੋ ਕਿ ਐਸਜੀਪੀਸੀ ਪੈਸਾ ਨਹੀਂ ਲੈ ਰਹੀ, ਫਿਰ ਤਾਂ ਬਲਕਿ ਉਲਟਾ ਨੁਕਸਾਨ ਹੋ ਰਿਹਾ ਹੈ ਕਿ ਐਸਜੀਪੀਸੀ ਕੋਲ ਆ ਨਹੀਂ ਰਿਹਾ ਤੇ ਐਸਜੀਪੀਸੀ ਆ ਗੁਰਬਾਣੀ ਦੇ ਨਾਮ ਦੇ ਉੱਤੇ ਕੋਈ ਪੈਸੇ ਕਮਾ ਰਿਹਾ ਹੈ, ਜੋ ਇਲਜ਼ਾਮ ਲਗਾ ਰਹੀ ਹੈ ਆਮ ਆਦਮੀ ਪਾਰਟੀ। ਇਹ ਵੀ ਪ੍ਰਸਾਰਿਤ ਕਰਦਾ ਹੈ, ਉਹਨੇ ਆਪਣਾ ਖਰਚਾ ਵੇਖਣਾ ਜਾਂ ਕਿਸ ਤਰ੍ਹਾਂ ਵੇਖਣਾ। ਐਸਜੀਪੀਸੀ ਦਾ ਕੋਈ ਲੈਣ ਦੇਣ ਨਹੀਂ। ਐਸਜੀਪੀਸੀ ਇਹਦੇ ਕਿਸੇ ਕਿਸਮ ਦਾ ਕੋਈ ਪੈਸਾ ਨਹੀਂ, ਬਲਕਿ ਐਸਜੀਪੀਸੀ ਉਲਟਾ ਡੋਨੇਸ਼ਨ ਲੈਂਦੀ ਹੈ ਜੀ 1 ਕਰੋੜ ਰੁਪਏ। ਫਿਰ ਚਾਵਲਾ ਜੀ ਇਹ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਇਹ ਤਾਂ ਸੰਗਤ ਦੇ ਨਾਲ ਕਿਤੇ ਨਾ ਕਿਤੇ ਇਨਸਾਫ ਨਹੀਂ ਹੋ ਰਿਹਾ ਕਿ ਜੇ ਐਸਜੀਪੀਸੀ ਕੋਈ ਪੈਸਾ ਨਹੀਂ ਲੈ ਰਹੀ, ਗੁਰੂ ਘਰ ਦੀ ਇੱਕ ਟੈਲੀਕਾਸਟ ਔਰ ਗੁਰਬਾਣੀ ਦਾ ਪ੍ਰਸਾਰਣ ਹੈ, ਤਾਂ ਜੇ ਐਸਜੀਪੀਸੀ ਫ੍ਰੀ ਚ ਦੇ ਰਹੀ ਹੈ ਤਾਂ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ। ਤੁਸੀਂ ਫ੍ਰੀ ਟੂ 에ਅਰ ਕਰ ਦਿਓ, ਤੁਸੀਂ ਫ੍ਰੀ ਟੂ 에ਅਰ ਕਰ ਦਿਓ, ਜਿਸ ਨੂੰ ਜ਼ਰੂਰਤ ਹੋਗੀ ਚੈਨਲ ਵਾਲੇ ਨੂੰ ਚਲਾ ਲੇਗਾ, ਜਿਹਨੂੰ ਲੱਗੇਗਾ ਕਿ ਮੇਰਾ ਖਰਚਾ ਹੋ ਰਿਹਾ ਨਹੀਂ ਚਲਾਏਗਾ। ਫ੍ਰੀ ਟੂ 에ਅਰ ਹੀ ਸਾਡੇ ਲੋਕ ਫ੍ਰੀ ਟੂ 에ਅਰ ਹੀ ਕੀਤਾ ਹੋਇਆ। ਸਾਡੇ ਲੋਕ ਕੋਈ ਪੈਸਾ ਨਹੀਂ ਤਾਂ ਲਿਆ ਜਾਂਦਾ। ਇਹ ਬਿਲਕੁਲ ਹੀ ਐਵੇਂ ਦੋਸ਼ ਹੈ, ਇਹ ਬਿਲਕੁਲ ਝੂਠਾ ਦੋਸ਼ ਮਾਰਦੇ ਆ। ਇਹਨਾਂ ਨੂੰ ਫੋਬੀਆ ਹੋ ਗਿਆ ਮੁੱਖ ਮੰਤਰੀ ਸਾਹਿਬ ਨੂੰ, ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਤੇ ਐਸਜੀਪੀਸੀ ਦਾ। ਇਹਨਾਂ ਨੂੰ ਇੱਕੋ ਆ ਵੀ ਹੁਣ ਇਲੈਕਸ਼ਨ ਕਰਾਉਣੀ ਹੈ, ਇਲੈਕਸ਼ਨ ਕਰਾਉਣੀ ਨਵੀਂ ਗੱਲ ਕੱਢ ਕੇ ਲੈ। ਠੀਕ ਹੈ, ਮੈਂ ਜਵਾਬ ਲੈ ਲਵਾਂ। ਅਹਿਬਾਬ ਜੀ ਜਵਾਬ ਦੇ ਦਿਓ। ਸਰ ਫੋਬੀਆ ਕੋਈ ਨਹੀਂ ਹੋਇਆ ਜਦੋਂ ਐਸਜੀਪੀਸੀ ਦੇ ਪ੍ਰਧਾਨ ਜਾ ਕੇ ਇੱਕ ਪਾਰਟੀ ਲਈ ਪ੍ਰਚਾਰ ਕਰਦੇ ਆ ਨਾ, ਪਹਿਲੀ ਗੱਲ। ਦੂਜੀ ਗੱਲ ਹੈ ਐਸਜੀਪੀਸੀ ਫ੍ਰੀ ਟੂ 에ਅਰ ਦੇ ਰਹੀ ਹੈ, ਪਰ ਦੇ ਉਸ ਚੈਨਲ ਨੂੰ ਰਹੀ ਹੈ ਜਿਹਦੇ ਕੰਟਰੋਲ 'ਚ ਐਸਜੀਪੀਸੀ ਹੈ। ਜਿਹੜਾ ਚੈਨਲ ਉਹਨੂੰ ਪਾਰ ਕਰ ਰਿਹਾ, ਜਿਹੜਾ ਪਰਿਵਾਰ ਉਸ ਚੈਨਲ ਦਾ ਮਾਲਕ ਹੈ, ਉਹ 'ਚੋਂ ਪੈਸੇ ਬਣਾ ਰਿਹਾ। ਪ੍ਰੋਬਲਮ ਤਾਂ ਹੈ ਸਰ, ਐਸਜੀਪੀਸੀ ਫ੍ਰੀ ਟੂ 에ਅਰ ਕਰ ਦਿੰਦੀ ਹੈ, ਪਰ ਦਿੱਤੀ ਕਿਹਨੂੰ ਹੈ? ਮਾਲਕਾਂ ਦੇ ਚੈਨਲ ਨੂੰ, ਜਿਨ੍ਹਾਂ ਨੇ ਕੰਟਰੋਲ ਕੀਤਾ ਹੋਇਆ, ਜਿਨ੍ਹਾਂ ਦੇ ਕੋਲ ਸਾਰਾ ਕਾਬੂ ਹੈ। ਕਹਿੰਦੇ ਅਸੀਂ 1 ਰੁਪਿਆ ਨਹੀਂ ਕਮਾ ਰਹੇ, ਅਸੀਂ 1 ਰੁਪਿਆ ਨਹੀਂ ਕਮਾ ਰਹੇ, ਐਸਜੀਪੀਸੀ ਕੋਈ ਪੈਸਾ ਨਹੀਂ ਕਮਾਉਂਦੀ। ਸਾਰੇ ਗੁਰੂ ਘਰ ਨੂੰ ਕੌਣ ਗੁਰੂ ਘਰ ਨੂੰ ਕੋਈ ਪੈਸਾ ਨਹੀਂ, ਕੋਈ ਗੱਲ ਨਹੀਂ। ਗੁਰੂ ਘਰ ਜਿਹੜਾ ਸਾਨੂੰ ਇੱਕ ਕਰਕੇ ਲੋਕਾਂ ਤੱਕ ਗੱਲ ਪਹੁੰਚ ਸਕੇਗੀ। ਚਾਵਲਾ ਜੀ ਔਰ ਗਰੇਵਾਲ ਸਾਹਿਬ, ਗੁਰੂ ਘਰ ਨੂੰ ਦੇਣ ਦੀ ਆਪਣੀ ਔਕਾਤ ਹੈ ਜੀ। ਆਪਾਂ ਐਡੇ ਹੋ ਗਏ, ਆਪਾਂ ਗੁਰੂ ਘਰ ਨੂੰ ਦੇਵਾਂਗੇ? ਪਹਿਲੀ ਗੱਲ ਅਸੀਂ ਤਾਂ ਇਹ ਕਹਿੰਦੇ ਆ ਕਿ ਐਸਜੀਪੀਸੀ ਦਾ ਕੰਟਰੋਲ ਇੱਕ ਪਰਿਵਾਰ ਕੋਲੇ ਐਕਸਕਲੂਸਿਵ ਕੰਟਰੋਲ, ਜਿਵੇਂ ਮਹੰਤਾਂ ਕੋਲ ਸੀ, ਜਿਵੇਂ ਗੁਰਦੁਆਰਾ ਸੁਧਾਰ ਲੈ ਤਾਂ ਤੋਂ ਗੁਰਦੁਆਰੇ ਛੜਾਏ, ਐਸਜੀਪੀਸੀ ਦਾ। ਤੁਸੀਂ ਵਾਰ-ਵਾਰ ਪਰਿਵਾਰ ਦਾ ਜ਼ਿਕਰ ਕਰਦੇ ਹੋ, ਬਾਦਲ ਪਰਿਵਾਰ, ਉਹ ਕਹਿੰਦੇ ਕਿ ਫੋਬੀਆ ਹੋ ਚੁੱਕਿਆ ਤੁਹਾਨੂੰ ਬਾਦਲ ਪਰਿਵਾਰ ਦਾ। ਫੋਬੀਆ ਕਾਹਦਾ ਹੋਇਆ ਜੀ? ਕਾਹਦਾ ਫੋਬੀਆ? ਮੇਰੀ ਗੱਲ ਸੁਣੋ ਤੁਸੀਂ 1 ਮਿੰਟ, ਠੰਡੇ ਦਿਮਾਗ ਕੋਈ ਵੀ ਸੋਚੇ ਕਾਹਦਾ, ਕਿਸ ਗੱਲ ਤੋਂ ਡਰ ਲੱਗੂ, ਕਿਹੜੀ ਗੱਲ ਤੋਂ ਡਰਾਂਗੇ ਅਸੀਂ ਤਾਂ ਇੱਕ ਗੱਲ ਕਹਿ ਰਹੇ ਹਾਂ ਕਿ ਇਹ ਗੁਰੂ ਘਰਾਂ ਤੇ ਜਿਹੜਾ ਕਬਜ਼ਾ ਕੀਤਾ, ਗੁਰੂ ਦੀ ਬਾਣੀ ਤੇ ਤਾਂ ਨਾ ਕਬਜ਼ਾ ਕਰੋ। ਗੁਰੂ ਦੀ ਬਾਣੀ ਦਾ ਲੋਕਾਂ ਨੂੰ ਕਹਿੰਦੇ ਹੋ, ਇਹਨਾਂ ਦਾ ਸਿੱਖੀ ਦਾ ਪ੍ਰਚਾਰ ਹੋਰ ਤਾਂ ਤੁਸੀਂ ਕਰਦੇ ਕੱਖ ਨਹੀਂ, ਤੁਸੀਂ ਕੱਖ ਨਹੀਂ ਕਰਦੇ, ਤੁਸੀਂ ਸਤਿਆਨਾਸ਼ ਮਾਰਤਾ ਗੁਰੂ ਦੀ ਬਾਣੀ। ਮੈਂ ਜਵਾਬ ਲੈ ਲਵਾਂ ਸਰ, ਮੈਂ ਜਵਾਬ ਲੈ ਲਵਾਂ, ਥੋੜਾ ਜਿਹਾ ਵੇਟ ਕਰਿਓ, ਸਮਾਂ ਆਪਣੇ ਕੋਲ ਬਹੁਤ ਪਿੱਛੇ ਥੋੜਾ ਰਹਿ ਜਾਂਦਾ ਹੈ। ਕਿੰਗਰਾ ਜੀ ਦੇਖੋ, ਮੈਂ ਪੀਟੀਸੀ ਦੇ ਹੱਕ 'ਚ ਨਹੀਂ ਆ, ਮੈਂ ਬਾਦਲਾਂ ਦੇ ਹੱਕ 'ਚ ਨਹੀਂ ਆ, ਮੈਂ ਕਿਸੇ ਦੇ ਹੱਕ 'ਚ ਨਹੀਂ ਆ, ਪਰ ਜਦੋਂ ਤੁਸੀਂ ਉੱਥੇ 50 ਕੈਮਰੇ ਨਹੀਂ ਲਾ ਸਕਦੇ ਗੌਰਵ ਜੀ, ਤੁਸੀਂ ਇਸ ਇੰਡਸਟਰੀ ਦੇ ਵਿੱਚ ਤੁਹਾਡਾ ਪੁਆਇੰਟ ਵੈਲਿਡ ਹੈ ਕਿੰਗਰਾ ਜੀ। ਦੇਖੋ ਪੁਆਇੰਟ ਇਹ ਹੈ ਕਿ ਇੱਕ ਮਿੰਟ ਜੀ ਪਲੀਜ਼ ਤੁਸੀਂ ਇਹਦੇ ਦੋ ਤਰੀਕੇ ਨੇ। ਇੱਕ ਤਾਂ ਐਸਜੀਪੀਸੀ ਆਪ ਦਾ ਉੱਥੇ ਜਿਵੇਂ ਲੋਕ ਸਭਾ ਦਾ ਹੈਗਾ ਉਸ ਤਰ੍ਹਾਂ ਦਾ ਚਲਾਵੇ ਤੇ ਫੀਡ ਫ੍ਰੀ ਦੇ ਸਾਰਿਆਂ ਨੂੰ, ਦੈਟ ਇਜ਼ ਵਨ ਸੋਲੂਸ਼ਨ। ਸੈਕੰਡ ਸੋਲੂਸ਼ਨ ਇਹ ਹੈ ਕਿ ਇੱਕ ਪਾਰਟਿਕੂਲਰ ਚੈਨਲ ਜਿਹੜੀ ਆ ਉਹ ਬਿਡ ਕਰਕੇ ਲੈ ਲੇ, ਉਹ ਪੈਸੇ ਨਾ ਦੇਵੇ। ਮੈਂ ਆ ਰਿਹਾ ਚਾਵਲਾ ਜੀ, ਆ ਰਿਹਾ ਤੁਹਾਡੇ ਕੋਲ, ਥੋੜਾ ਜਿਹਾ ਸਮਾਂ ਦਿਓ, ਇੱਕ ਵਾਰੀ ਕਿੰਗਰਾ ਜੀ ਕੰਪਲੀਟ ਕਰ ਲੈਣ। ਜਿਹੜੀ ਉਹ ਫੀਡ ਸੇਲ ਕਰਨਗੇ ਉਹ ਤਾਂ ਬਈ ਉਹਨਾਂ ਦੀ ਐਕਸਪੈਂਸਿਵ ਹੈਗੀ, ਉਹਨਾਂ ਦਾ ਖਰਚਾ ਹੋਏਗਾ, ਸੈਟਅਪ ਹੋਏਗਾ, ਕਿੰਨੇ ਬੰਦੇ ਕੰਮ ਕਰਨਗੇ ਉੱਥੇ, ਲੇਕਿਨ ਤੁਸੀਂ ਉੱਥੇ 50 ਕੈਮਰੇ ਨਹੀਂ ਲਾ ਸਕਦੇਗੇ। ਦੈਟ ਇਜ਼ ਦਾ ਟੈਕਨੀਕਲ ਪੁਆਇੰਟ ਇਨ ਦਿਸ ਹੋਲ ਥਿੰਗ। ਇਸੇ ਕਰ ਜੇ ਐਸਜੀਪੀਸੀ ਅੱਜ ਆਪਦਾ ਚੈਨਲ ਸ਼ੁਰੂ ਕਰਦੀ ਹੈ, ਪਤਾ ਨਹੀਂ ਭਾਰਤ ਸਰਕਾਰ ਜਿਹੜੀ ਹੈ ਮੁਫਤ ਲਾਇਸੈਂਸ ਦੇ ਦੇਗੀ ਕਿ ਨਹੀਂ ਦੇ ਦੇਗੀ,
25-30 ਕਰੋੜ ਰੁਪਇਆ ਲੱਗਦਾ ਲਾਇਸੈਂਸ ਦੇ ਉੱਤੇ, ਫੀਸ ਬਹੁਤ ਵੱਧ ਚੁੱਕੀ ਹੈ ਜਿਹੜੀ ਸੈਟੇਲਾਈਟ ਚੈਨਲਸ ਦੀ। ਠੀਕ ਹੈ, ਉਸ ਕਰਕੇ ਸਾਰੀਆਂ ਚੀਜ਼ਾਂ ਸਾਨੂੰ ਦੇਖਣੀਆਂ ਪੈਣਗੀਆਂ। ਨਹੀਂ ਕਿੰਗਰਾ ਜੀ, ਉਹ ਤਾਂ ਅੱਜ ਕੱਲ ਵੈਬ ਚੈਨਲਸ ਦਾ ਵੀ ਜ਼ਮਾਨਾ ਨਾ, ਕਿ ਅੱਜ ਕੱਲ ਤਾਂ YouTube ਦੇ ਉੱਤੇ ਲਾਈਵ ਕਰ ਦੋ। ਨਹੀਂ, ਵੈਬ ਚੈਨਲ ਦੇ ਉੱਤੇ ਤੁਸੀਂ ਗੁਰਬਾਣੀ ਨਹੀਂ ਚਲਾ ਸਕਦੇਗੇ, ਵੈਬ ਚੈਨਲ ਨਹੀਂ, ਇਹ ਤਾਂ ਚੱਲੂਗਾ ਸੈਟੇਲਾਈਟ ਚੈਨਲ ਦੇ ਉੱਤੇ ਜਦੋਂ ਵੀ ਚੱਲੇਗਾ। ਉਹ ਤੁਹਾਨੂੰ ਚਾਹੇ ਐਸਪੀਸੀ ਸੈਟਅਪ ਕਰ ਲੈ, ਚਾਹੇ ਤੁਸੀਂ ਕਿਸੇ ਚੈਨਲ ਨੂੰ ਦੇ ਦਿਓ। ਇਸ ਕਰਕੇ ਸਾਨੂੰ ਸਾਰੀਆਂ ਗੱਲਾਂ ਜਿਹੜੀਆਂ ਨੇ, ਤਾਂ ਹੀ ਤਾਂ ਮੈਂ ਕਹਿਣਾ ਕਿ ਜਦੋਂ ਤੁਸੀਂ ਮੁੱਖ ਮੰਤਰੀ ਹੋ। ਮੈਂ ਹੋਰ ਕਲੀਅਰ ਸਵਾਲ ਪੁੱਛਦਾ, ਮੈਂ ਤੁਹਾਨੂੰ ਹੋਰ ਕਲੀਅਰ ਸਵਾਲ ਪੁੱਛਦਾ, ਜੋ ਇਸ ਸਮੇਂ ਪ੍ਰੋਸੈਸ ਜਾਂ ਜੋ ਜਿਸ ਤਰੀਕੇ ਨਾਲ ਇਸ ਸਮੇਂ ਗੁਰਬਾਣੀ ਦਾ ਪ੍ਰਸਾਰਣ ਹੋ ਰਿਹਾ, ਤੁਹਾਨੂੰ ਲੱਗਦਾ ਕਿ ਠੀਕ ਹੈ? ਨਹੀਂ, ਦੇਖੋ ਮੈਂ ਤੁਹਾਨੂੰ ਦੱਸਦਾ ਗੌਰਵ ਜੀ, ਤੁਹਾਨੂੰ ਯਾਦ ਹੋਣਾ ਹੈ ਕਿੰਨੀ ਵੱਡੀ ਡਿਮਾਂਡ ਸੀ ਅਕਾਲੀ ਦਲ ਦੀ ਕਿ ਸਾਨੂੰ ਰੇਡੀਓ ਸਟੇਸ਼ਨ ਚਲਾਉਣ ਦਿਓ। ਉਹਦੇ ਉੱਤੇ ਕਿੰਨਾ ਝਗੜਾ ਹੋਇਆ, ਰੇਡੀਓ ਸਟੇਸ਼ਨ ਨਹੀਂ ਚਲਾਉਣ ਦਿੱਤਾ ਤੇ ਅੱਜ ਪ੍ਰਸਾਰਣ ਫ੍ਰੀ ਹੋਇਆ ਪਿਆ। ਹਰ ਚੀਜ਼ ਐਵੋਲੂਸ਼ਨਰੀ ਹੁੰਦੀ ਹੈ, ਕੋਈ ਵੀ ਚੀਜ਼ ਸਟੈਟਿਕ ਨਹੀਂ ਹੁੰਦੀ। ਸਮਾਂ ਵਿਸ਼ੇਸ਼, ਵਿਅਕਤੀ ਵਿਸ਼ੇਸ਼ ਤੇ ਪ੍ਰਸਥਿਤੀਆਂ ਵਿਸ਼ੇਸ਼। ਅੱਜ ਤੁਹਾਨੂੰ ਵੀਡੀਓ ਚੈਨਲ ਵੀ ਫ੍ਰੀ ਮਿਲ ਰਿਹਾ ਹੈਗਾ। ਸੋ ਇਸ ਕਰਕੇ ਕਿਤੇ ਰੇਡੀਓ ਨਹੀਂ ਸੀ ਲਾਉਣ ਦਿੰਦੇ ਤੁਹਾਨੂੰ। ਸੋ ਇਸ ਕਰਕੇ ਇੰਪਰੂਵਮੈਂਟ ਹੋਏਗੀ। ਐਸਜੀਪੀਸੀ ਵੀ ਨੂੰ ਵੀ ਇੰਪਰੂਵ ਕਰਨਾ ਚਾਹੀਦਾ ਹੈ। ਜੇ ਕੋਈ ਇੰਪਰੂਵਮੈਂਟ ਦੇ ਵਿੱਚ ਟੈਕਨੀਕਲ ਬੰਦੇ ਕੋਈ ਸਲਾਹ ਦੇ ਸਕਦੇ ਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਦੀ ਸਲਾਹ ਮੰਨ ਕੇ ਬ੍ਰੌਡਕਾਸਟਰ ਦੀ ਅੱਗੇ ਵਧਣਾ ਚਾਹੀਦਾ ਹੈ। ਇਹ ਨਹੀਂ ਕਿ ਪੀਟੀਸੀ ਦਾ ਸਬ ਸਰਵੀਐਂਟ ਹੋਣਾ ਚਾਹੀਦਾ। ਇਸ ਗੱਲ ਦੇ ਮੈਂ ਵੀ ਹੱਕ ਚ। ਠੀਕ ਹੈ, ਮੈਂ ਇੱਕ ਵਾਰੀ ਹਰਜੀਤ ਗਰੇਵਾਲ ਜੀ ਦਾ ਰੁਖ ਕਰਦਾ ਹਾਂ। ਗਰੇਵਾਲ ਸਾਹਿਬ, ਇਹ ਤੁਹਾਨੂੰ ਮੁੱਦਾ ਪੰਥਕ ਨਜ਼ਰ ਆ ਰਿਹਾ ਹੈ ਜਾਂ ਸਿਆਸੀ ਨਜ਼ਰ ਆ ਰਿਹਾ ਹੈ? ਕਿਸ ਨਜ਼ਰੀਏ ਦੇ ਨਾਲ ਇਸ ਪੂਰੇ ਇਸ਼ੂ ਨੂੰ ਦੇਖਿਆ ਜਾਵੇ? ਦੇਖੋ, ਇੱਥੇ ਗੱਲ ਇਸ ਕਰਕੇ ਫਸ ਕੇ ਰਹਿ ਗਈ ਹੈ ਕਿ ਜੇਕਰ ਅੰਦਰੋਂ ਟੈਲੀਕਾਸਟ ਜਾਂ ਜੋ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਹੋ ਰਿਹਾ ਉਹ ਪੂਰੀ ਦੁਨੀਆ ਨੂੰ ਦਿਖਾਣਾ ਹੈ, ਤਾਂ ਉਹ ਕੀ ਵੱਖ-ਵੱਖ ਪਲੇਟਫਾਰਮਸ ਦੇ ਉੱਤੇ ਹੋ ਸਕਦਾ, ਇੱਕ ਦੇ ਉੱਤੇ ਹੋ ਸਕਦਾ, ਜਾਂ ਐਸਜੀਪੀਸੀ ਖੁਦ ਚਲਾਵੇ? ਚਰਚਾ ਇਸ ਦੇ ਉੱਤੇ ਹੁਣ ਆ ਕੇ ਖੜੀ ਹੋਈ। ਦੇਖੋ, ਇਹਦੇ 'ਚ ਬਾਕੀ ਚੈਨਲਸ ਜਿਹੜੇ ਚਾਹੁੰਦੇ ਆ ਉਹਨਾਂ ਨੂੰ ਇਨਵੋਲਵ ਕਰਨਾ ਚਾਹੀਦਾ, ਐਸਜੀਪੀਸੀ ਦੀਆਂ ਸ਼ਰਤਾਂ ਤੇ ਹੋਣੇ ਚਾਹੀਦੇ ਆ, ਪਰ ਇਹ ਜਿਹੜਾ ਗੁਰਬਾਣੀ ਦਾ ਵੱਧ ਤੋਂ ਵੱਧ ਪ੍ਰਚਾਰ ਹੋਣਾ ਚਾਹੀਦਾ, ਕਿਸੇ ਇੱਕ ਦਾ ਏਕਾਧਿਕਾਰ ਨਹੀਂ ਹੋਣਾ ਚਾਹੀਦਾ। ਦੂਸਰਾ, ਮੈਂ ਜਿਹੜੀ ਤੁਸੀਂ ਮਸਤੂਆਣਾ ਦੀ ਗੱਲ ਕਰਦੇ ਹੋ ਉਹਦੇ ਤੇ ਵੀ ਮੈਂ ਤੁਹਾਨੂੰ ਦੱਸ ਦਿੰਨਾ ਕਿ ਉਸ ਇਲਾਕੇ ਦੀ ਤਰੱਕੀ ਰੁਕ ਰਹੀ ਹੈ, ਇਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਸੁਹਿਰਦ ਹੋਣਾ ਚਾਹੀਦਾ। ਉਹ ਜ਼ਮੀਨ ਦੇ ਕੇ ਉੱਥੇ ਕਾਲਜ ਬਣਵਾ ਲੈਣਾ ਚਾਹੀਦਾ, ਔਰ ਮੈਡੀਕਲ ਕਾਲਜ ਉੱਥੇ ਹੈ ਵੀ ਨਹੀਂ ਆਸ-ਪਾਸ, ਤੇ ਉਸ ਇਲਾਕੇ ਨੂੰ ਕਾਫੀ ਜ਼ਰੂਰਤ ਆ, ਔਰ ਮੈਂ ਸਮਝਦਾ ਕਿ ਉਹਦੇ ਨਾਲ ਉਹਦੀ ਡਿਵੈਲਪਮੈਂਟ ਵੀ ਹੋਏਗੀ। ਔਰ ਇਹਦੇ ਲਈ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਕਰਨਾ ਚਾਹੀਦਾ ਸਰਕਾਰ ਦਾ। ਹਾਂ, ਤੇ ਉੱਥੇ ਲੋਕਾਂ ਦੀ ਵੀ ਡਿਮਾਂਡ ਆ ਇਹ ਆਮ, ਕਿਉਂਕਿ ਮੈਂ ਵੀ ਉਸੇ ਇਲਾਕੇ ਤੋਂ ਹੀ ਆਉਣਾ, ਤਾਂ ਇਸ ਕਰਕੇ ਮੈਂ ਕਹਿ ਰਿਹਾ ਕਿ ਇਹ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਸ਼੍ਰੋਮਣੀ ਕਮੇਟੀ ਵੀ ਲੋਕਾਂ ਦੇ ਲਈ ਆ, ਸਿੱਖ ਸੰਗਤਾਂ ਦੇ ਲਈ ਆ, ਪੰਜਾਬੀਆਂ ਦੇ ਲਈ ਆ। ਸ਼੍ਰੋਮਣੀ ਕਮੇਟੀ ਵੀ ਤਾਂ ਤਦ ਹੀ ਐਗਜ਼ਿਸਟ ਕਰੇਗੀ ਨਾ ਜੇ ਇਹ ਪਬਲਿਕ ਜਿਹੜੀ ਆ ਖੁਸ਼ ਰਹੇਗੀ, ਸੁਖੀ ਰਹਿਣਗੇ, ਔਰ ਸ਼੍ਰੋਮਣੀ ਕਮੇਟੀ ਲਈ ਵੀ ਅੱਛੇ ਵਿਚਾਰ ਰੱਖਣਗੇ, ਕਿਉਂਕਿ ਉਹਨੇ ਲੋਕਾਂ ਦੀ ਸੇਵਾ ਕਰਨੀ ਹੈ। ਹਾਂਜੀ, ਚਾਵਲਾ ਜੀ ਜਵਾਬ ਦੇ ਦਿਓ। ਮਸਤੂਆਣਾ ਸਾਹਿਬ ਵਾਲੀ ਜ਼ਮੀਨ ਦੇ ਉੱਤੇ ਮੁੱਖ ਮੰਤਰੀ ਸਿੱਧਾ ਕਹਿ ਰਹੇ ਨੇ ਕਿ ਐਸਜੀਪੀਸੀ ਜ਼ਮੀਨ ਨਹੀਂ ਦੇ ਰਹੀ। ਮੈਂ ਮਸਤੂਆਣਾ ਦੇ ਬਾਰੇ ਮੈਂ ਵੀ ਬੋਲਣਾ ਚਾਹੂੰਗਾ। ਮੈਂ ਕਿੰਗਰਾ ਜੀ ਆ ਰਿਹਾ ਤੁਹਾਡੇ ਕੋਲ ਵੀ, ਇੱਕ ਵਾਰੀ ਜਵਾਬ ਲੈ ਲਵਾਂ, ਉਸ ਤੋਂ ਬਾਅਦ ਮੈਂ ਤੁਹਾਡੇ ਕੋਲ ਵੀ ਆਣਾ। ਚਾਵਲਾ ਜੀ, ਦੇਖੋ, ਐਸਜੀਪੀਸੀ ਨੇ ਬਕਾਇਦਾ ਇਕੱਠ ਕਰਕੇ ਅਨਾਉਂਸ ਕਰਕੇ ਜਿਹੜੀ ਜ਼ਮੀਨ ਹੈ ਉਹ ਮੈਡੀਕਲ ਕਾਲਜ ਵਾਸਤੇ ਦੇ ਦਿੱਤੀ ਆ। ਇਹ ਤੁਹਾਨੂੰ ਵੀ ਪਤਾ, ਪਿਛਲੇ ਦਿਨਾਂ ਵਿੱਚ ਸਾਰਾ ਕੁਝ ਕਲੀਅਰ ਹੋ ਗਿਆ ਜੀ। ਇਹ ਕੀ ਮੋਡੈਲਿਟੀਜ਼ ਕਲੀਅਰ ਕਰਨੀਆਂ, ਉਹਨਾਂ 'ਚ ਥੋੜਾ ਬਹੁਤ ਕਿਤਨਾ ਕਿਤੇ ਪ੍ਰੋਬਲਮ, ਤੁਹਾਨੂੰ ਪਤਾ ਵੀ ਜਦੋਂ ਇਹ ਚੀਜ਼ਾਂ ਕੋਈ ਸੰਸਥਾ ਤੋਂ ਜਾਣੀ ਹੁੰਦੀ ਆ, ਜ਼ਮੀਨਾਂ ਦੇ ਬੜੇ ਮਸਲੇ ਹੁੰਦੇ ਆ, ਤੇ ਉਹਦੇ 'ਚ ਕੋਈ ਇਹੋ ਜਿਹੀ ਗੱਲ ਨਹੀਂ ਕਿ ਐਸਜੀਪੀਸੀ ਆਪ ਪ੍ਰਧਾਨ ਸਾਹਿਬ ਨੇ ਜਾ ਕੇ, ਮੈਂਬਰ ਸਾਹਿਬਾਨਾਂ ਨੇ ਵੀ ਇਸ ਗੱਲ ਦੇ ਉੱਤੇ ਸਾਰਿਆਂ ਨੇ ਕਰਕੇ ਉੱਥੇ ਅਨਾਉਂਸਮੈਂਟ ਕੀਤੀ ਆ। ਪ੍ਰਧਾਨ ਸਾਹਿਬ ਨੇ ਅਨਾਉਂਸਮੈਂਟ ਕੀਤੀ ਕਿ ਅਸੀਂ ਜ਼ਮੀਨ ਦੇਤੀ ਹੈ, ਇਹ ਸਾਰੇ ਪੰਜਾਬ ਨੂੰ ਪਤਾ। ਇਹ ਜਿਹੜਾ ਰੌਲਾ ਪਾ ਰਿਹਾ, ਮੈਂ ਤੁਹਾਨੂੰ ਵਾਰ-ਵਾਰ ਇਹ ਗੱਲ ਕਹਿ ਰਿਹਾ, ਜਿਵੇਂ ਹੁਣੇ ਤੁਸੀਂ ਚੈਨਲ ਦੀ ਗੱਲ ਅੱਜ ਦੇ ਮੁੱਦੇ ਤੇ ਕੇਵਲ ਚੈਨਲ ਦੀ ਗੱਲ ਸੀ, ਇਹਨਾਂ ਦਾ ਜਿਹੜਾ ਬਿਲਕੁਲ ਝੂਠ, ਕੋਰਾ ਝੂਠ ਹੈ ਕਿ ਜਿਹੜਾ ਐਸਜੀਪੀਸੀ ਕੋਈ ਉਹਦੇ ਪੈਸੇ ਲੈ ਰਹੀ, ਨਾ ਕੈਨੇਡਾ 'ਚ ਲੈ ਰਹੀ, ਨਾ ਇੱਥੇ ਲੈ ਰਹੀ, ਕਿਤੇ ਸਬੂਤ, ਇੱਕ ਕੋਈ ਰਸੀਦ, ਕੋਈ ਇੱਕ ਚੈਨਲ ਦਾ ਜ਼ਿਕਰ ਕਰ ਰਹੇ ਸਰ, ਐਸਜੀਪੀਸੀ ਦਾ ਜ਼ਿਕਰ ਨਹੀਂ ਕਰ ਰਹੇ। ਮੈਂ ਉਹੀ ਕਹਿ ਰਿਹਾ, ਉਲਝੀ ਨਾ ਜਾਵੇ ਕੰਮ, ਲੋਕਾਂ ਨੂੰ ਪਤਾ ਲੱਗੇ ਕਿ ਗੱਲ ਹੋ ਕੀ ਰਹੀ ਹੈ। ਉਹ ਕਹਿ ਰਹੇ ਕਿ ਚੈਨਲ ਪੈਸੇ ਲੈ ਰਿਹਾ ਹੈ। ਕਿਹੜਾ ਚੈਨਲ ਪੈਸੇ ਲੈ ਰਿਹਾ? ਜਿਸ ਦੇ ਉੱਤੇ ਗੁਰਬਾਣੀ ਆਂਦੀ ਬਈ ਉਹ ਪੀਟੀਸੀ ਦੇ ਪੈਸੇ, ਪੀਟੀਸੀ ਚੈਨਲ ਦੇ ਪੈਸੇ ਉੱਤੇ ਕੱਢੀ ਗੁਰਬਾਣੀ ਨਹੀਂ ਆਉਂਦੀਗੀ, ਉੱਥੇ ਬਹੁਤ ਕੁਝ ਆਉਂਦਾ ਹੈ। ਪੀਟੀਸੀ ਚੈਨਲ ਦਾ ਪ੍ਰਾਈਸ ਹੈ ਉਹ। ਤੁਹਾਨੂੰ ਮੇਰੀ ਗੱਲ ਸੁਣ ਲਓ ਧਿਆਨ ਨਾਲ। ਗਵਰਨਮੈਂਟ ਨੇ ਇਹ ਚੈਨਲ ਫ੍ਰੀ ਕੀਤਾ ਹੋਇਆ, ਜਿਹੜੀ ਗੁਰਬਾਣੀ ਵਾਲਾ ਪਾਰਟ ਹੈ ਉਹ ਸਾਰਾ ਫ੍ਰੀ ਕੀਤਾ ਹੋਇਆ ਗਵਰਨਮੈਂਟ ਨੇ, ਉਹਦੇ ਕੋਈ ਇਹੋ ਜਿਹੀ ਗੱਲ ਨਹੀਂ ਚੱਲ ਰਹੀ। ਬਿਲਕੁਲ ਗਵਰਨਮੈਂਟ ਵੱਲੋਂ ਫ੍ਰੀ ਹੈ। ਤਾਂ ਇਹ ਨਹੀਂ, ਮਸਤੂਆਣਾ ਸਾਹਿਬ ਵਾਲੀ ਜ਼ਮੀਨ ਦੇ ਉੱਤੇ ਸੀਐਮ ਕਹਿੰਦੇ ਨੇ ਕਿ ਬਾਹਰ ਕੁਝ ਹੋਰ ਨੇ, ਅਦਾਲਤ ਦੇ ਵਿੱਚ ਕੁਝ ਹੋਰ ਜਾ ਕੇ ਬੋਲ ਦਿੰਦੇ ਨੇ, ਉੱਪਰੋਂ ਫੋਨ ਆ ਜਾਂਦਾ, ਫਿਰ ਰੋਕ ਲੈਂਦੇ ਨੇ ਕੰਮ। ਕਹਿੰਦੇ ਤੁਹਾਡੀ ਵਜ੍ਹਾ ਦੇ ਨਾਲ ਨਹੀਂ ਬਣ ਰਿਹਾ ਹਸਪੀਟਲ। ਮੈਂ ਤੁਹਾਨੂੰ ਦੱਸਿਆ ਕਿ ਸੀਐਮ ਸਾਹਿਬ ਦਾ
ਇਸ ਵੇਲੇ ਉਹਨਾਂ ਦੇ ਸਿਰ ਨੂੰ ਫੋਬੀਆ ਚੜ ਗਿਆ, ਕੁਝ ਵੀ ਨਹੀਂ। ਉਹ ਵਿਅਕਤੀ ਤੁਸੀਂ ਡਾਕੂਮੈਂਟ ਜਾਰੀ ਕਰ ਦਿਓ ਨਾ। ਮੈਂ ਚਾਵਲਾ ਜੀ ਉਹੀ ਕਹਿ ਰਹੇ ਹਾਂ ਕਿ ਤੁਸੀਂ ਡਾਕੂਮੈਂਟ ਜਾਰੀ ਕਰ ਦਿਓ ਪਬਲਿਕ ਪਲੇਟਫਾਰਮ ਦੇ ਉੱਤੇ ਕਿ ਦੇਖੋ ਅਸੀਂ ਜਿਹੜੀ ਇਜਾਜ਼ਤ ਜਾਂ ਸਾਡੇ ਵੱਲੋਂ ਬਿਲਕੁਲ ਕਲੀਨ ਚਿੱਟ ਹੈ ਔਰ ਅਸੀਂ ਤਾਂ ਬਿਲਕੁਲ ਕਹਿ ਰਹੇ ਹਾਂ ਕਿ ਕਾਲਜ ਬਣੇ। ਠੀਕ ਹੈ, ਅਸੀਂ ਇਹ ਗੱਲ ਕਹਿ ਚੁੱਕੇ ਹਾਂ ਕਿ ਕਾਲਜ ਬਣੇ, ਜ਼ਮੀਨ ਦੇਤੀ। ਉਹ ਇਹ ਤਾਂ ਤੁਸੀਂ ਮੰਨਦੇ ਆ ਨਾ ਕਿ ਸੀਐਮ ਕਹਿੰਦਾ ਕਿ ਬਾਹਰ ਹੋਰ ਦੇ ਤੇ ਅੰਦਰ ਹੋਰ ਦੇ। ਚਲੋ ਹਾਫ ਪਾਰਟ ਤਾਂ ਮੰਨਦਾ ਨਾ। ਅੰਦਰ ਦਾ ਮਤਲਬ ਕੋਰਟ ਕਹਿ ਰਹੇ ਨੇ, ਕਹਿੰਦੇ ਕੋਰਟ ਦੇ ਵਿੱਚ ਜਾ ਕੇ ਕੁਝ ਹੋਰ ਬੋਲਦੇ ਨੇ, ਬਾਹਰ ਪ੍ਰੈਸ ਦੇ ਵਿੱਚ ਕੁਝ ਹੋਰ ਕਹਿ ਰਹੇ ਨੇ। ਜਦੋਂ ਬਾਹਰ ਕਹਿ ਰਹੇ ਅਸੀਂ ਸ਼੍ਰੋਮਣੀ ਕਮੇਟੀ ਇਹ ਬਿਲਕੁਲ ਇਹੋ ਜੀ ਗੱਲ 'ਚ ਇਵੇਂ ਨਹੀਂ ਕਰਦੀ ਕਦੇ। ਠੀਕ। ਸ਼੍ਰੋਮਣੀ ਕਮੇਟੀ ਦਾ ਇਹ ਸੀਐਮ ਦਾ ਡਬਲ ਫੇਸ ਹੈਗਾ, ਸ਼੍ਰੋਮਣੀ ਕਮੇਟੀ ਦਾ ਕੋਈ ਡਬਲ ਫੇਸ ਨਹੀਂ। ਠੀਕ ਹੈ, ਕਿੰਗਰਾ ਜੀ ਮਸਤੂਆਣਾ ਸਾਹਿਬ ਵਾਲੇ ਮੁੱਦੇ ਦੇ ਉੱਤੇ ਕੁਝ ਕਹਿਣਾ ਚਾਹ ਰਹੇ ਸੀ। ਅਹਿਬਾਬ ਗਰੇਵਾਲ ਜੀ ਆ ਰਹੇ ਮੈਂ ਪਹਿਲੀ ਗੱਲ ਤਾਂ ਉਸ ਇਲਾਕੇ ਦੇ ਵਿੱਚ ਲਹਿਰੇ ਦੇ ਵਿੱਚ ਹੀਰਾ ਸਿੰਘ ਭੱਠਲ ਨਾਂ ਦਾ ਇੰਜੀਨੀਅਰਿੰਗ ਕਾਲਜ ਬਿਲਕੁਲ ਖਾਲੀ ਪਿਆ ਹੈ। 4 ਸਾਲ ਤੋਂ ਤਨਖਾਹ ਨਹੀਂ ਮਿਲੀ, ਬਿਲਡਿੰਗਾਂ ਖਾਲੀ ਪਈਆਂ। ਉਹ ਅਕਵਾਇਰ ਕਰਕੇ ਉਹਦੇ ਵਿੱਚ ਮੈਡੀਕਲ ਕਾਲਜ ਬੜੇ ਈਜ਼ੀਲੀ ਚੱਲ ਸਕਦਾ ਹੈ। ਹੁਣ ਆਪਾਂ ਮਸਤੂਆਣੇ ਦੀ ਜੇ ਗੱਲ ਕਰੀਏ, ਇਹ ਸਰਕਾਰ ਮਾਰਚ ਦੇ ਵਿੱਚ ਬਣੀ ਸੀ 22 ਦੇ ਵਿੱਚ। 22 ਮਾਰਚ ਤੋਂ ਲੈ ਕੇ ਤੇ ਮਈ ਇਹਨਾਂ ਨੇ ਕਿਹਾ ਸੀ ਅਪ੍ਰੈਲ 'ਚ ਚਲਾ ਦੇਾਂਗੇ। ਮੈਂ ਕਹਿੰਦਾ ਕੋਈ ਵੀ ਸੰਸਥਾ ਜਿਹੜੀ ਹੈ, ਕਿਸੇ ਵੀ ਸਰਕਾਰ ਨੂੰ ਪੁੱਛ ਲਓ, ਜੇ 1 ਸਾਲ 'ਚ ਮੈਡੀਕਲ ਕਾਲਜ ਖੜਾ ਹੋ ਕੇ ਚੱਲ ਸਕਦਾ ਹੈ ਤੇ ਮੈਂ ਜੋ ਕਹੋਗੇ ਕਰਨ ਨੂੰ ਤਿਆਰ ਹਾਂ। ਕਿਤੇ ਵੀ ਮੈਡੀਕਲ ਕਾਲਜ ਨਹੀਂ ਬਣ ਸਕਦਾ। ਇਹ ਬਿਲਕੁਲ ਉਹ ਸੀਗਾ, ਕਮੇਡੀਅਨ ਨੇ ਸੀਐਮ ਬਣ ਕੇ ਇੱਕ ਬਿਆਨ ਦਿੱਤਾ ਹੈ। ਇਸ ਕਰਕੇ ਕੋਈ ਨੂੰ ਪਤਾ ਹੋਣਾ ਚਾਹੀਦਾ, ਕਮੇਡੀਅਨ ਦਾ ਸਟੇਜ ਹੋਰ ਹੁੰਦਾ ਹੈ, ਚੀਫ ਮਿਨਿਸਟਰ ਦੀ ਕੁਰਸੀ ਹੋਰ ਹੁੰਦੀ ਹੈ। ਕਮੇਡੀਅਨ ਬਣਾ ਸਕਦਾ ਸਾਲ 'ਚ ਕਾਲਜ, ਸੀਐਮ ਨਹੀਂ ਬਣਾ ਸਕਦਾ ਸਾਲ ਦੇ ਵਿੱਚ ਕਾਲਜ ਕਦੇ ਵੀ। ਅਹਿਬਾਬ ਗਰੇਵਾਲ ਜੀ ਤੁਸੀਂ ਜਿੱਥੇ ਜ਼ਮੀਨ ਦੇ ਅੱਜ ਦੇ ਸਾਲ 'ਚ ਕਾਲਜ ਚੱਲ ਪਿਆ। ਥੈਂਕ ਯੂ। ਠੀਕ ਹੈ, ਜਵਾਬ ਲੈ ਲਓ ਕਿੰਗਰਾ ਜੀ, ਜ਼ਰੂਰੀ ਹੈ ਤੁਹਾਡਾ ਪੁਆਇੰਟ ਤੁਹਾਡਾ ਆਇਆ, ਜਵਾਬ ਲੈਣਾ ਜ਼ਰੂਰੀ ਹੈ। ਅਹਿਬਾਬ ਜੀ ਸਮਾਂ ਬਹੁਤ ਛੋਟਾ ਹੈ, ਇਸ ਕਰਕੇ ਛੋਟਾ ਜਵਾਬ ਦਿਓ, ਬਹੁਤ ਘੱਟ ਸਮਾਂ। ਪਹਿਲੀ ਗੱਲ 580 ਮਹੱਲਾ ਕਲੀਨਿਕ ਸੀਐਮ ਨੇ ਬਣਾਏ, 117 ਸਕੂਲ ਸੀਐਮ ਨੇ ਬਣਾਏ, ਸੀਐਮ ਨੇ ਬਾਕੀ ਕਾਲਜਾਂ ਦਾ ਕੰਮ ਸ਼ੁਰੂ ਕਰਾਇਆ। ਯੂ ਆਰ ਅ ਬਿਊਰੋਕਰੇਟ ਸਰ, ਤੁਸੀਂ ਬਿਊਰੋਕਰੇਟ ਨੂੰ ਸੋਚੋਗੇ 1 ਸਾਲ 'ਚ ਹੋ ਨਹੀਂ ਸਕਦਾ। 580 ਮਹੱਲਾ ਕਲੀਨਿਕ ਬਣ ਨਹੀਂ ਸਕਦੇ, ਬਣ ਗਏ ਬਣਾ ਕੇ ਦਿਖਾ ਸਰਦਾਰ ਜੀ। ਪਹਿਲੀ ਗੱਲ। ਦੂਜੀ ਗੱਲ, ਸਾਨੂੰ ਤਕਲੀਫ ਇਹ ਹੈ ਜੇ ਐਸਜੀਪੀਸੀ ਨੂੰ ਪੈਸੇ ਮਿਲਣ, ਸਦਕੇ ਮਿਲਣ, ਜੇ ਉਹ ਧਰਮ ਦਾ ਪ੍ਰਚਾਰ ਕਰਨ, ਸਦਕੇ ਕਰਨ। ਪਰ ਮਹੰਤਾਂ ਨੂੰ ਜਦੋਂ ਇੱਕ ਪਰਿਵਾਰ ਨੇ ਮਹੰਤਾਂ ਵਾਂਗੂ ਸਾਰੇ ਗੁਰਦੁਆਰਾ ਸਾਹਿਬ ਤੇ ਕਬਜ਼ਾ ਕੀਤਾ ਹੋਇਆ ਐਸਜੀਪੀਸੀ ਦੇ ਰਾਹੀਂ, ਤੇ ਐਸਜੀਪੀਸੀ ਦੇ ਜਿਹੜੇ ਲੋਕ ਨੇ ਉਹ ਉਸ ਪਰਿਵਾਰ ਦੀ, ਉਸ ਪਾਰਟੀ ਦੀ ਭਾਸ਼ਾ ਬੋਲਦੇ ਆ। ਅਸੀਂ ਕਹਿੰਦੇ ਕਿ ਗੁਰੂ ਦੀ ਬਾਣੀ ਨੂੰ ਤੁਸੀਂ ਕਿਵੇਂ ਰੋਕ ਸਕਦੇ ਹੋ? ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ ਸਰ। ਆਪਾਂ ਮਸਤੂਆਣਾ ਸਾਹਿਬ ਵਾਲੇ ਮੁੱਦੇ ਦੇ ਉੱਤੇ ਤੁਹਾਡਾ ਜਵਾਬ ਚਾਹੀਦਾ। ਉਹ ਕਹਿੰਦੇ ਕਿ ਡਬਲ ਫੇਸ ਨਹੀਂ ਹੈ। ਸੀਐਮ ਨੇ ਜਿਹੜੀ ਸਟੇਟਮੈਂਟ ਦਿੱਤੀ, ਕਹਿੰਦੇ ਐਸਜੀਪੀਸੀ ਬਹੁਤ ਕਲੀਅਰ ਆ, ਅਸੀਂ ਕਹਿ ਦਿੱਤਾ ਜ਼ਮੀਨ ਹੋਰ ਦੇ ਰਹੇ ਆ, ਤਾਂ ਗੱਲ ਕਲੀਅਰ ਹੋ ਚੁੱਕੀ ਹੈ। ਗੌਰਵ ਜੀ ਜੇ ਦੇਣੀ ਹੁੰਦੀ ਅਸੀਂ ਸਵੇਰੇ ਕੋਰਟ ਰਿਕਾਰਡ ਜਦ ਤੱਕ ਕਰ ਦਿੰਨੇ ਆ। ਜੋ ਕੁਝ ਮੈਂ ਤਾਂ ਉਹੀ ਕਹਿ ਰਿਹਾ ਕਿ ਤੁਸੀਂ ਵੀ ਕਰੋ, ਐਸਜੀਪੀਸੀ ਵੀ ਕਰੇ, ਲੋਕਾਂ ਨੂੰ ਪਤਾ ਲੱਗ ਸਕੇ ਨਾ ਕਿ ਕੌਣ ਸੱਚ ਬੋਲ ਰਿਹਾ, ਕੌਣ ਝੂਠ ਬੋਲ ਰਿਹਾ। ਅਸੀਂ ਕਰਾਂਗੇ ਗੌਰਵ ਜੀ, ਅਸੀਂ ਤਾਂ ਇੱਕ ਚੈਲੰਜ ਕਰਦੇ ਹਾਂ ਕਿ ਇੱਕ ਪਰਿਵਾਰ ਦੀ ਭਾਸ਼ਾ ਦਾ ਨਾ ਬੋਲੋ। ਤੁਸੀਂ ਧਰਮ ਦੀ ਜਮਾਤ ਹੋ, ਤੁਸੀਂ ਇੱਕ ਧਰਮ ਦੀ ਜਮਾਤ ਹੋ, ਰੱਬ ਦਾ ਵਾਸਤਾ। ਤੇ ਕਿੰਗਰਾ ਜੀ ਜਿਹੜੇ ਬਿਊਰੋਕ੍ਰੈਟਿਕ ਆਨਸਰ ਦੇ ਰਹੇ ਨਾ, ਇਟ ਇਜ਼ ਨਾਟ ਸਰ, ਇਟ ਇਜ਼ ਪੋਸੀਬਲ। ਅਸੀਂ ਕਰਕੇ ਦਿਖਾਇਆ, ਅਸੀਂ ਕਰਕੇ ਦਿਖਾਵਾਂਗੇ। ਇਹ ਜਿਹੜੀ ਰੈਡ ਟੇਪ ਤੁਹਾਡੀ ਬਣਾਈ ਰਹੀ ਹੈ, ਖਤਮ ਕਰਕੇ ਦਿਖਾਵਾਂਗੇ। ਚੀਫ ਮਿਨਿਸਟਰ ਪਾਰ ਐਕਸਲੈਂਸ, ਹੀ ਵਾਸ ਅ ਕਮੇਡੀਅਨ ਪਾਰ ਐਕਸਲੈਂਸ ਐਂਡ ਯੂ ਆਰ ਅ ਮਿਡ ਲੈਵਲ ਬਿਊਰੋਕ੍ਰੈਟ। ਇੱਕ ਕਰਕੇ ਸਰ ਲੋਕਾਂ ਤੱਕ ਗੱਲ ਪਹੁੰਚ ਸਕੇ, ਇੱਕ ਕਰਕੇ ਪਲੀਜ਼। ਸਮਝ ਨਹੀਂ ਆਉਂਦਾ ਇਸ ਤਰੀਕੇ ਨਾਲ ਨਾ। ਮੈਂ ਇੱਕ ਵਾਰੀ ਹਰਜੀਤ ਗਰੇਵਾਲ ਜੀ ਦਾ ਰਿਐਕਸ਼ਨ ਲੈਣਾ, ਆਪਣੇ ਕੋਲ ਸਮਾਂ ਬਹੁਤ ਥੋੜਾ ਜਿਹਾ, ਇਸ ਕਰਕੇ ਉਹਨਾਂ ਦਾ ਰਿਐਕਸ਼ਨ ਜ਼ਰੂਰੀ ਹੈ। ਹਰਜੀਤ ਗਰੇਵਾਲ ਜੀ, ਜੋ ਤੁਸੀਂ ਜ਼ਿਕਰ ਕਰ ਰਹੇ ਸੀ, ਤੁਸੀਂ ਇਨਫੈਕਟ ਉਸ ਇਲਾਕੇ ਤੋਂ ਆਉਂਦੇ ਹੋ, ਤੁਸੀਂ ਖੁਦ ਜ਼ਿਕਰ ਕੀਤਾ, ਅੜਿੱਕਾ ਕਿੱਥੇ ਲੱਗ ਰਿਹਾ ਮਸਤੂਆਣਾ ਸਾਹਿਬ ਦੇ ਵਿੱਚ ਮੈਡੀਕਲ ਕਾਲਜ ਬਣਨ ਨੂੰ ਲੈ ਕੇ? ਅੜਿੱਕਾ ਕਿਸੇ ਜਗ੍ਹਾ ਵੀ ਨਹੀਂ ਹੈ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ, ਉਹਨਾਂ ਨੂੰ ਮੁੱਖ ਮੰਤਰੀ ਨਾਲ ਗੱਲ ਕਰਕੇ ਆਪਸ 'ਚ ਸਰਕਾਰ ਨੂੰ ਤੇ ਚੀਫ ਮਿਨਿਸਟਰ ਨੂੰ ਔਰ ਸ਼੍ਰੋਮਣੀ ਕਮੇਟੀ ਨੂੰ ਆਪਣਾ ਤਾਲਮੇਲ ਬਿਠਾਉਣਾ ਪੈਣਾ। ਉਹ ਤਾਲਮੇਲ ਦੀ ਕਮੀ ਹੈ, ਜਿਹਦੇ ਕਰਕੇ ਇਹ ਗਲਤਫਹਿਮੀਆਂ ਪੈਦਾ ਹੋ ਰਹੀਆਂ ਨੇ ਔਰ ਨੁਕਸਾਨ ਉਸ ਇਲਾਕੇ ਦਾ ਹੋ ਰਿਹਾ, ਡਿਵੈਲਪਮੈਂਟ ਦਾ ਹੋ ਰਿਹਾ। ਉੱਥੇ ਮੈਡੀਕਲ ਕਾਲਜ ਬਣ ਜਾਏਗਾ ਤਾਂ ਉਸ, ਕਿਉਂਕਿ ਸੰਤ ਬਾਬਾ ਅਤਰ ਸਿੰਘ ਦਾ ਸਥਾਨ ਆ, ਉਹ ਐਜੂਕੇਸ਼ਨ ਦੇ ਲਈ ਬਹੁਤ ਸੁਹਿਰਦ ਸੀ, ਉਹਨਾਂ ਨੇ ਬਹੁਤ ਕੁਝ ਕੀਤਾ ਆਪਣੇ ਸਮੇਂ ਦੇ ਅੰਦਰ ਔਰ ਅੱਛੇ ਸੰਤ ਸੀ। ਉਹਨਾਂ ਦੀ ਉਸ ਇਲਾਕੇ 'ਚ ਨਹੀਂ ਬਹੁਤ ਬੜੀ ਮਾਨਤਾ ਵੀ ਹੈਗੀ ਆ, ਤਾਂ ਇਸ ਲਈ ਜ਼ਰੂਰ ਇਹ ਬਣਨਾ ਚਾਹੀਦਾ ਔਰ ਉੱਥੇ ਹੋਣਾ ਵੀ ਚਾਹੀਦਾ। ਆਪਸੀ ਜਿਹੜਾ ਤਕਰਾਰਬਾਜ਼ੀ ਆ, ਇਹ ਕਿਤੇ ਹੋਰ ਕਰ ਲਾਂਗੇ, ਅਸੀਂ ਚੋਣਾਂ ਆਉਂਦੀਆਂ ਨੇ ਉਹਦੇ 'ਚ ਕਰ ਲਾਂਗੇ, ਕਿਸੇ ਹੋਰ ਜਗ੍ਹਾ ਕਰ ਲਾਂਗੇ। ਇਹਦੇ 'ਚ ਤਾਂ ਤਾਲਮੇਲ ਨਾਲ ਹੀ ਗੱਲ ਬਣਨੀ ਆ। ਅਸੀਂ ਇੱਕ ਦੂਜੇ ਦੀ ਆਲੋਚਨਾ ਦੀ ਬਜਾਏ ਇਹਦੇ 'ਚ ਇੱਕ ਦੂਜੇ ਲਈ ਸਾਨੂੰ ਹਾਂਜੀ ਤੇ ਸੁਝਾਅ ਅੱਛੇ ਦੇਣੇ ਚਾਹੀਦੇ ਆ। ਪਰ ਮੈਂ ਇੱਥੇ ਇੱਕ ਗੱਲ ਹੋਰ ਕਹਿਣੀ ਚਾਹੁੰਦਾ,
ਜਿਹੜੀ ਜੀ ਕਰ ਲਓ, ਕੰਪਲੀਟ ਕਰ ਲਓ ਜਿਹੜੀ ਆਮ ਆਦਮੀ ਪਾਰਟੀ ਆ ਇਹਨਾਂ ਨੇ ਜਿਹੜੇ ਗੁਰੂ ਸਾਹਿਬ ਦਾ ਦਿਨ ਪੂਰੀ ਦੁਨੀਆ 'ਚ ਮਨਾਇਆ ਗਿਆ ਪ੍ਰਕਾਸ਼ ਉਤਸਵ, ਤਾਂ ਉਸ ਵੇਲੇ ਪੰਜਾਬ 'ਚ ਜ਼ਰੂਰ ਮਨਾਉਣਾ ਚਾਹੀਦਾ ਸੀ, ਉਹਦੇ ਲਈ ਵੀ ਸੁਹਿਰਦ ਹੋਣਾ ਚਾਹੀਦਾ। ਇਹ ਮੇਰੀ ਮੁੱਖ ਮੰਤਰੀ ਜੀ ਨੂੰ ਵੀ ਅਪੀਲ ਆ, ਅੱਗੇ ਤੋਂ ਪੰਜਾਬ ਸਰਕਾਰ ਨੂੰ ਵੀ ਹੈ। ਇਹ ਗੁਰੂਆਂ ਦੀ ਧਰਤੀ ਹੈ, ਇੱਥੇ ਜ਼ਰੂਰ ਜੇ ਅਸੀਂ ਪ੍ਰਚਾਰ ਕਰਨਾ ਚਾਹੁੰਦੇ ਹਾਂ ਤਾਂ ਉਹ ਮਨਾਉਣਾ ਜ਼ਿਆਦਾ ਜ਼ਰੂਰੀ ਸੀ। ਠੀਕ। ਚਾਵਲਾ ਜੀ ਦੇਖੋ, ਸਿਆਸੀ ਤਕਰਾਰ ਹੈ ਜਾਂ ਫਿਰ ਕੋਈ ਹੋਰ ਤਕਰਾਰ ਹੈ, ਉਹ ਚੱਲਦੀਆਂ ਰਹਿਣਗੀਆਂ। ਤੁਹਾਡਾ ਇੱਕ ਫਾਈਨਲ ਕਮੈਂਟ ਮੈਂ ਜ਼ਰੂਰ ਚਾਹੂੰਗਾ ਕਿ ਇੱਕ ਤਾਂ ਪ੍ਰਸਾਰਣ ਵਾਲੇ ਮੁੱਦੇ ਦੇ ਉੱਤੇ ਕੀ ਐਸਜੀਪੀਸੀ ਅੱਗੇ ਕੋਈ ਵਿਚਾਰ ਕਰੇਗੀ ਜਾਂ ਨਹੀਂ ਕਰੇਗੀ। ਪੁਆਇੰਟ ਨੰਬਰ 2 ਜਿਹੜਾ ਸਵਾਲ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਹੈ, ਮਸਤੂਆਣਾ ਸਾਹਿਬ ਵਾਲੇ ਮਾਮਲੇ ਦੇ ਉੱਤੇ ਤੁਹਾਨੂੰ ਲੱਗਦਾ ਕਿ ਦੋਵੇਂ ਧਿਰਾਂ ਨੂੰ ਬੈਠ ਕੇ ਗੱਲਬਾਤ ਕਰ ਲੈਣੀ ਚਾਹੀਦੀ ਹੈ ਕਿ ਤਾਂ ਲੋਕਾਂ ਤੱਕ ਸਹੂਲਤ ਪਹੁੰਚੇ, ਉੱਥੇ ਮੈਡੀਕਲ ਕਾਲਜ ਦਾ ਕੰਮ ਜਲਦੀ ਸ਼ੁਰੂ ਹੋ? ਸਰ ਤੁਸੀਂ ਦੁਬਾਰਾ ਮਿਊਟ ਕੀਤਾ ਹੋਇਆ। ਪ੍ਰਸਾਰਣ ਦਾ ਹੈ ਨਾ ਪ੍ਰੋਗਰਾਮ, ਜੀ ਉਹ 10 ਜੁਲਾਈ ਨੂੰ ਲਗਭਗ ਇਹ ਖਤਮ ਹੋ ਗਿਆ ਇਹਦਾ ਐਗਰੀਮੈਂਟ। ਇਹ ਦੁਬਾਰਾ ਐਗਰੀਮੈਂਟ ਹੋਣਾ, ਉਦੋਂ ਸਾਰੇ ਵਿੱਚ ਇਨਵੋਲਵ ਹੋ ਸਕਦੇ, ਸਾਰੇ ਆ ਸਕਦੇ, ਆਪਣਾ ਜਿਵੇਂ ਕਿੰਗਰਾ ਸਾਹਿਬ ਨੇ ਕਿਹਾ ਕਿ ਜਿਹੜਾ ਸ਼ਰਤਾਂ ਪੂਰੀਆਂ ਕਰੇਗਾ ਉਹਦੇ ਮੁਤਾਬਕ ਇਹ ਜਿਹੜਾ ਵਾ ਉਹਨੂੰ ਦਿੱਤਾ ਜਾਏਗਾ। ਉਸ ਦੇ ਨਾਲ ਐਸਜੀਪੀਸੀ ਜਿਹੜਾ ਆਪਣਾ ਚੈਨਲ ਵੀ ਖੋਲਣ ਦਾ ਪ੍ਰੋਗਰਾਮ ਬਣਾ ਚੁੱਕੀ ਹੈ। ਆਪਣਾ ਚੈਨਲ ਦਾ ਐਸਜੀਪੀਸੀ ਨੂੰ ਸਿੰਘ ਸਾਹਿਬ ਨੇ ਉਦੋਂ ਕਿਹਾ ਸੀ, ਉਹਦੀ ਵੀ ਤਿਆਰੀ ਹੋ ਚੁੱਕੀ ਹੈ, ਉਹ ਵੀ ਸ਼ੁਰੂ ਕੀਤਾ ਜਾਣਾ। ਇਹ ਐਵੇਂ ਭੁਲੇਖਾ ਆ, ਬਿਲਕੁਲ ਕਿਸੇ ਕਿਸਮ ਦਾ ਇੱਕ ਪੈਸੇ ਦਾ। ਮੈਂ ਆਪਣੇ ਵੀਰਾਂ ਨੂੰ ਇਹ ਗੱਲ ਕਹਿਣਾ, ਕੱਲ ਨੂੰ ਪਰਸੋਂ ਨੂੰ ਤੁਹਾਡੇ ਕੋਲ ਲੈ ਆਉਣ, ਤੁਸੀਂ ਆਪਾਂ ਫਿਰ ਇਕੱਠੇ ਹੋ ਜਾਾਂਗੇ। ਇਹ ਮੈਨੂੰ ਇੱਕ ਵੀ ਤੋਂ ਦਿਖਾ ਦੇਣ ਕਿ ਇਸ ਚੈਨਲ ਦੇ ਇਹ ਜਿਹੜਾ ਗੁਰਬਾਣੀ ਚੈਨਲ ਦੇ ਮੇਰੇ ਕੋਲ ਸਮਾਂ ਪੂਰਾ ਸਰ। ਤੁਸੀਂ ਮਸਤੂਆਣਾ ਸਾਹਿਬ ਵਾਲੀ ਜ਼ਮੀਨ ਦੇ ਉੱਤੇ ਛੋਟਾ ਜਿਹਾ ਕਮੈਂਟ ਦੇ ਦਿਓ। ਮਸਤੂਆਣਾ ਬਿਲਕੁਲ ਜਿਹੜੀ ਗੱਲ ਗਰੇਵਾਲ ਸਾਹਿਬ ਹਰਜੀਤ ਸਿੰਘ ਨਾਲ ਨੇ ਕਹੀ ਆ, ਬਿਲਕੁਲ ਠੀਕ ਹੈ ਕਿ ਇਹ ਸਰਕਾਰ ਕਿਉਂ ਬਹਾਨਾ ਬਣਾ ਰਹੀ ਹੈ। ਕੇਵਲ ਜਿਹੜਾ ਕਿੰਗਰਾ ਸਾਹਿਬ ਨੇ ਕਿ ਸਰਕਾਰ ਕੋਲ ਪੈਸੇ ਨਹੀਂ, ਸਰਕਾਰ ਇਹਨੂੰ ਟਾਲ ਕੇ ਬਹਾਨੇ ਆਨੇ ਇਹ ਕਰ ਰਹੀ ਆ। ਬੈਠ ਜਾਣ, ਤੁਸੀਂ ਸਵੇਰੇ ਆ ਜਾਣ, ਐਸਪੀਸੀ ਦੇ ਦਫ਼ਤਰ ਆ ਜਾਣ, ਆ ਕੇ ਇਹਦਾ ਬੈਠ ਕੇ ਉਹ ਜੋ ਵੀ ਕਾਗਜ਼ ਪੱਤਰ ਸਿੱਧੇ ਕਰਕੇ ਕਲੀਅਰ ਕਰਕੇ ਲੈ ਲੈਣ। ਅਸੀਂ ਦੇ ਚੁੱਕੇ ਆ, ਅਸੀਂ ਜ਼ਮੀਨ ਦੇ ਚੁੱਕੇ ਆ। ਮੇਰੇ ਕੋਲ ਸਮਾਂ ਖਤਮ ਹੈ ਸਰ। ਅਹਿਬਾਬ ਗਰੇਵਾਲ ਜੀ, ਫਾਈਨਲ ਕਮੈਂਟ ਤੁਹਾਡਾ ਚਾਹਾਂਗਾ। ਮਸਤੂਆਣਾ ਸਾਹਿਬ ਵਾਲਾ ਦੇਖੋ, ਪ੍ਰਸਾਰਣ ਵਾਲਾ ਉਹ ਕਹਿ ਰਹੇ ਹੈ ਕਿ ਜਦੋਂ ਰਾਈਟਸ ਵਾਲਾ ਪੂਰਾ ਟਾਈਮ ਪੀਰੀਅਡ ਖਤਮ ਹੋ ਰਿਹਾ, ਉਸ ਤੋਂ ਬਾਅਦ ਹਰ ਕੋਈ ਆ ਸਕਦਾ ਹੈ। ਐਸਜੀਪੀਸੀ ਖੁਦ ਦਾ ਚੈਨਲ ਲਾਂਚ ਕਰਨ ਬਾਰੇ ਵੀ ਸੋਚ ਰਹੀ ਹੈ। ਤੇ ਦੂਜੇ ਦਾ ਜਵਾਬ ਦੇ ਦਿਓ ਮਸਤੂਆਣਾ ਸਾਹਿਬ ਵਾਲੇ ਮੁੱਦੇ ਦੇ ਉੱਤੇ। ਕਹਿੰਦੇ ਆਓ ਸਵੇਰੇ ਗੱਲ ਕਰੀਏ, ਗੱਲਬਾਤ ਕਰਕੇ ਨਿਬੇੜੀਏ ਕੰਮ, ਕਿਉਂ ਡਿਲੇ ਹੋ ਰਿਹਾ ਹੈ। ਇਹਨਾਂ ਨੂੰ ਬਣਨਾ ਨਹੀਂ ਕਰ ਰਹੇ। ਤਿੰਨ ਗੱਲਾਂ ਨੇ, ਜੇ ਕਿੰਗਰਾ ਸਾਹਿਬ ਮੈਨੂੰ ਬੋਲਣ ਦੇਣਗੇ ਪਲੀਜ਼ ਤੁਸੀਂ ਗੱਲ ਕੰਪਲੀਟ ਕਰ ਲਓ, ਮੈਂ ਕਨਕਲੂਡ ਕਰਨਾ ਜੀ। ਬੀਜੇਪੀ ਹੋਲੀਅਰ ਦਾ ਦਾਅ ਬਣ ਰਹੀ ਹੈ, ਚੋਣ ਕਰਾ ਲਵੇ, ਬਿਲਕੁਲ ਠੀਕ ਹੋ ਜੂ, ਪਹਿਲੀ ਗੱਲ। ਦੂਜੀ ਗੱਲ, ਐਸਜੀਪੀਸੀ ਨੇ ਗੱਲ ਕਹਿ ਰਹੇ ਆ ਕਿ ਜਿਹੜੇ ਕੰਟਰੈਕਟਸ ਦਿੱਤੇ ਹੋਏ ਨੇ, ਜਿਸ ਤਰ੍ਹਾਂ ਬਾਕੀ ਦਾ ਪੰਜਾਬ ਲੁੱਟਿਆ ਜਾ ਰਿਹਾ ਸੀ, ਉਦਾਂ ਹੀ ਇੱਧਰ ਵੀ ਲੁੱਟ ਖਸੁੱਟ ਸੀ। ਰੱਬ ਦਾ ਵਾਸਤਾ ਹੈ, ਬੰਦ ਕਰੋ। ਜੇ ਤੁਸੀਂ ਜ਼ਮੀਨ ਰੱਖਦੇ ਹੋ, ਤੁਸੀਂ ਚੋਣ ਕਰਾ ਲਓ। ਐਂਡ ਮਸਤੂਆਣਾ ਸਾਹਿਬ ਬਾਰੇ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਕੋਰਟ 'ਚ ਕਹਿ ਦਿਓ ਕਿ ਸਾਨੂੰ ਕੋਈ ਇਤਰਾਜ਼ ਨਹੀਂ। ਤੀਜੀ ਗੱਲ, ਇੱਕ ਮਿਡ ਲੈਵਲ ਬਿਊਰੋਕਰੈਟ ਇੱਕ ਮੁੱਖਮੰਤਰੀ ਦੇ ਕੰਮ ਕਰਨ ਦੇ ਟਿੱਪਣੀ ਕਰੇ, ਸਭ ਸਮਝ ਨਹੀਂ ਆਉਂਦੀ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਚੀਫ ਮਿਨਿਸਟਰ ਦਾ ਅਸਰ ਚੱਲਦਾ ਕਿਵੇਂ, ਉਹ ਕਿਸ ਤਰ੍ਹਾਂ ਟਿੱਪਣੀਆਂ ਕਰ ਰਹੇ ਨੇ। ਐਂਡ ਨੀਤਾਂ ਮਰਾਦਾ ਹੁੰਦੀਆਂ ਨੇ ਐਸਜੀਪੀਸੀ ਦੇ ਕਾਲਜਾਂ ਬਣਾਉਣ ਲਈ, ਹਰ ਚੀਜ਼ ਨੂੰ ਪੈਸੇ ਹੈਗੇ ਆ। ਇਹ ਨਾ ਕੰਪੀਟੈਂਸ ਤੇ ਗੱਲ ਨਾ ਕਰਨ। ਸਾਨੂੰ ਪਤਾ ਸਾਰਿਆਂ ਨੂੰ ਕਿ ਕਾਮਨਵੈਲਥ ਚ ਕੌਣ ਕਿਵੇਂ ਨਿਕਲ ਗਿਆ। ਚਲੋ ਸ਼ੁਕਰੀਆ, ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਸਮਾਂ ਪੂਰਾ ਸੀ ਆਪਣੇ ਕੋਲ। ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਮੁੱਦਾ ਜਦੋਂ ਧਾਰਮਿਕ ਹੋ ਜਾਂਦਾ ਤਾਂ ਲਾਜ਼ਮੀ ਤੌਰ ਤੇ ਸੰਵੇਦਨਸ਼ੀਲ ਵੀ ਹੋ ਜਾਂਦਾ ਹੈ। ਹੁਣ ਪ੍ਰਸਾਰਣ ਗੁਰਬਾਣੀ ਦਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ, ਔਰ ਸਿਰਫ ਪੰਜਾਬ ਤੱਕ ਸੀਮਿਤ ਨਹੀਂ, ਦੁਨੀਆ ਭਰ ਦੇ ਵਿੱਚ ਸੰਗਤ ਬੈਠੀ ਹੈ ਜੋ ਚਾਹੁੰਦੀ ਹੈ ਕਿ ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕੀਏ, ਸਵੇਰੇ ਉੱਥੇ ਜੋ ਕੀਰਤਨ ਹੋ ਰਿਹਾ ਉਸ ਦਾ ਸਰਵਣ ਕਰ ਸਕੀਏ। ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਉੱਤੇ ਐਸਜੀਪੀਸੀ ਵਿਚਾਰ ਕਰਦੀ ਹੈ, ਕੀ ਵਿਚਾਰ ਕਰਦੀ ਹੈ, ਕਿਸ ਤਰੀਕੇ ਨਾਲ ਵਿਚਾਰ ਕਰਦੀ ਹੈ, ਸਰਕਾਰ ਦਾ ਸੀਐਮ ਦਾ ਰੁਖ ਕੀ ਰਹਿੰਦਾ ਹੈ, ਉਸ ਦੇ ਉੱਤੇ ਨਜ਼ਰ ਰਹੇਗੀ। ਪਰ ਇਸ ਸਭ ਦੇ ਵਿਚਾਲੇ ਕੋਸ਼ਿਸ਼ ਔਰ ਉਮੀਦ ਇਹ ਕਰਦੇ ਹਾਂ ਕਿ ਮਸਤੂਆਣਾ ਸਾਹਿਬ ਵਾਲੇ ਮੁੱਦੇ ਉੱਤੇ ਵੀ ਜ਼ਰੂਰ ਤੁਸੀਂ ਕਹਿ ਸਕਦੇ ਹੋ ਕਿ ਆਪਸ 'ਚ ਮਿਲ ਬੈਠ ਕੇ ਕੋਈ ਨਾ ਕੋਈ ਹੱਲ ਜ਼ਰੂਰ ਕੱਢਿਆ ਜਾਵੇਗਾ। ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ